ਸਿੱਖ ਕੇ ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਤੁਸੀਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਮਰੀਕਾ ਦੇ ਵਿੱਚ ਕਹਿੰਦੇ ਜੀ ਡਰਾਈਵਿੰਗ ਸਕੂਲ ਬੱਸ ਡਰਾਈਵਰਸ ਦੀ ਕਾਫੀ ਡਿਮਾਂਡ ਹੈ ਜੀ। ਉੱਥੇ ਓਪਨਿੰਗਸ ਬੜੀਆਂ ਨੇ, ਸ਼ਾਰਟੇਜ ਚੱਲ ਰਹੀ ਹੈ। ਤਾਂ ਕਾਲ ਟਰੱਕ ਐਂਡ ਟ੍ਰੇਲਰ ਕਹਿੰਦੇ ਕਿ ਸਾਡੇ 2020 CDL ਸਕੂਲ ਫਰੈਡਰਿਕਸਬਰਗ ਵਰਜੀਨੀਆ ਦੇ ਵਿੱਚ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ। ਤਾਂ ਫੋਨ ਨੰਬਰ ਹੈ ਸਨੀ ਦਾ 5406560985 ਤੇ। ਇਹ ਤੁਹਾਨੂੰ ਪੰਜਾਬੀ, ਇੰਗਲਿਸ਼, ਫਰੈਂਚ, ਹਿੰਦੀ, ਅਰੈਬਿਕ, ਉਰਦੂ ਵਰਗੀਆਂ ਭਾਸ਼ਾਵਾਂ ਵਿੱਚ ਵੀ ਡਰਾਈਵਿੰਗ ਸਿਖਾਉਂਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਜੇਕਰ ਦੂਰ ਦਰਾਡੇ ਤੋਂ ਆਉਣੇ ਤਾਂ ਫ੍ਰੀ ਸਟੇ ਵੀ ਦਿੱਤਾ ਜਾਂਦਾ। ਜੇਕਰ ਤੁਹਾਨੂੰ ਟਿਊਸ਼ਨ ਫੀਸ ਦੇ ਵਿੱਚ ਕੋਈ ਫਾਈਨੈਂਸ ਦੀ ਸੁਵਿਧਾ ਚਾਹੀਦੀ ਹੈ ਤਾਂ ਉਹ ਵੀ ਉਪਲਬਧ ਕਰਾ ਕੇ ਦਿੰਦੇ ਨੇ। ਇਮੀਗ੍ਰੇਸ਼ਨ ਸੰਬੰਧੀ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ, ਤੁਹਾਨੂੰ ਕੋਈ ਸਲਾਹ ਮਸ਼ਵਰਾ ਕਰਨਾ ਤਾਂ ਗੁਰਸ਼ਰਨ ਸਿੱਖ ਹੋਰੀ ਕਹਿੰਦੇ ਕਿ ਇੱਕ ਵਾਰੀ ਸਾਨੂੰ 5102009988 ਤੇ ਕਾਲ ਜ਼ਰੂਰ ਕਰ ਲਓ। 510 299 88 ਤੇ। ਇਹ ਤੁਹਾਨੂੰ ਇਮੀਗ੍ਰੇਸ਼ਨ ਦੇ ਵਿੱਚ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨਸ, OCI ਕਾਰਡ, ਇੰਡੀਅਨ ਪਾਸਪੋਰਟ, ਪ੍ਰੋਸੈਸ ਸਰਵਿਸ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਤੇ ਐਮਰਜੈਂਸੀ ਵੀਜ਼ਾ ਦੇ ਵਿੱਚ ਅਸਿਸਟ ਕਰਦੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਲਿਸਟ ਜਾਰੀ ਕੀਤੀ ਹੈ। ਖੁਦ ਨੂੰ ਹਜੇ ਤੱਕ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੇ ਕਿਤੋਂ ਉਮੀਦਵਾਰ ਦੀ ਲਿਸਟ ਦੇ ਵਿੱਚ ਨਾਂ ਨਹੀਂ ਪਾਇਆ। ਅਤੇ ਅਬੋਹਰ, ਬੱਲੂਆਣਾ ਬੜੇ ਅਹਿਮ ਹਲਕੇ ਨੇ, ਆਪਦੇ MP ਹਲਕੇ ਦੇ ਉੱਥੇ ਵੀ ਹਜੇ ਕੈਂਡੀਡੇਟ ਲਮਕ ਰਹੇ ਨੇ। ਅਤੇ ਕੀ ਸਮਝਦੇ ਹੋ 64 ਉਮੀਦਵਾਰਾਂ ਦੀ ਲਿਸਟ ਨੂੰ ਤੁਸੀਂ ਕਿਸ ਤਰ੍ਹਾਂ ਨਾਲ? ਵੈਸੇ ਇੰਟਰਸਟਿੰਗ ਗੱਲ ਇਹ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਦਾ ਨਾਮ ਪਾ ਲਿਆ ਜਲਾਲਾਬਾਦ ਤੋਂ। ਜੀ, ਪਾ ਲਿਆ। ਉਹਨਾਂ ਨੇ ਮੈਂ ਨਹੀਂ ਵੇਖਿਆ, ਮੈਨੂੰ ਧਿਆਨ ਨਹੀਂ ਹੈ। ਉਹਨਾਂ ਨੇ ਆਪਦਾ ਨਾਮ ਪਾਇਆ ਹੋਇਆ, ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਹੈ ਨਾ, ਫੋਟੋ ਦੇ ਨਾਲ ਲੱਗੀ ਹੋਈ ਹੈ। ਅੱਛਾ ਜੀ।
ਵੀ ਸੁਖਬੀਰ ਸਿੰਘ ਬਾਦਲ ਜਿਹੜਾ ਮੈਨੂੰ ਕੱਲ ਲਿਸਟ ਆਈ ਸੀ ਉਹਦੇ ਮੈਂ ਕੋਸ਼ਿਸ਼ ਕੀਤੀ, ਮੈਨੂੰ ਫਿਰ ਦਿਸਿਆ ਨਹੀਂ ਜਾਂ ਤਾਂ ਸਕਿਪ ਹੋ ਗਿਆ। ਨਹੀਂ ਉਹ ਤਾਂ ਸ਼ਾਇਦ ਕਈ ਵਾਰੀ ਹੈ ਨਾ ਉਹਦੇ ਚ ਹੋ ਜਾਂਦਾ, ਫਿਰ ਸ਼ਾਮ ਤੱਕ ਤੁਹਾਨੂੰ ਪਤਾ ਲਿਸਟਾਂ ਦਾ ਚੇਂਜ ਹੁੰਦੀਆਂ ਜਾਂਦੀਆਂ ਨਾ, ਪਹਿਲੀ ਲਿਸਟ ਤੋਂ ਬਾਅਦ ਚੇਂਜ ਹੋ ਗਿਆ ਹੋਣਾ। ਲੇਕਿਨ ਇੰਟਰਸਟਿੰਗ ਗੱਲ ਇਹਦੇ 'ਚ ਇਹ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਨਹੀਂ ਹਲੇ ਤੱਕ ਆਇਆ। ਅੱਛਾ ਜੀ। ਲੰਬੀ ਖਾਲੀ ਹੈ, ਔਰ ਉਹਦੇ ਨਾਲ ਵੀ ਵੱਡੀ ਗੱਲ ਮਜੀਠਾ ਵੀ ਖਾਲੀ ਹੈ। ਅੱਛਾ ਜੀ। ਅਜੇ ਵਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਨਹੀਂ ਪਾਇਆ। ਹੂੰ। ਇਹ ਇੱਕ ਵਜ਼ਾਰਤ ਬਣੀ ਵੀ ਹੈ। ਮੈਂ ਪੜ੍ਹ ਰਿਹਾ ਸੀ, ਇੱਕ ਸੱਜਣ ਨੇ ਆਪਣੇ ਨੇ ਪੱਤਰਕਾਰ ਨੇ ਲਿਖਿਆ ਹੈ ਵੀ ਲੰਬੀ ਦੇ ਮਾਮਲੇ ਤੇ ਜਿਹੜੀ ਬਾਦਲ ਪਰਿਵਾਰ ਨੇ ਚੁੱਪ ਧਾਰੀ ਹੋਈ ਹੈ ਜੀ, ਉਹਦੇ ਨਾਲ ਵਿਰੋਧੀ ਧਿਰਾਂ ਨੂੰ ਉਸਲ ਵੱਟੇ ਜਿਹੜੇ ਹੈਗੇ ਆ ਨਾ ਉਹ ਲੱਗ ਗਏ। ਉਸਲ ਵੱਟਿਆਂ ਦਾ ਹੁਣ ਉਹਦਾ ਇਲਾਜ ਕੀ ਹੋਣਾ ਹੈ? ਉਸਲ ਵੱਟੇ ਕਾਹਦੇ ਨਾਲ ਲੱਗਿਆ? ਲੇਕਿਨ ਜੇ ਆਪਾਂ ਦੇਖੀਏ ਜੀ ਕਿ ਬਾਦਲਾਂ ਦੇ ਮਨ ਦਾ ਭੇਤ ਤਾਂ ਕਹਿੰਦੇ ਹੈ ਨਹੀਂ, ਤੇ ਮਨ ਦਾ ਭੇਤ ਪ੍ਰਕਾਸ਼ ਸਿੰਘ ਬਾਦਲ ਦਾ ਨਹੀਂ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੀ ਕਰਨਾ ਹੈ ਇਹ ਹਾਲੇ ਤੱਕ ਪਤਾ ਨਹੀਂ। ਵੈਸੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵੀ ਪਹਿਲਾਂ ਵੀ ਕਹਿਤਾ ਸੀ ਜੀ, ਪਿਛਲੀਆਂ ਮੈਂ 2-3 ਇਲੈਕਸ਼ਨਾਂ ਤੋਂ ਦੇਖਦਾ ਆ ਰਿਹਾ, ਉਹ ਕਹਿੰਦੇ ਹੁੰਦੇ ਕਿ ਮੇਰੀ ਇਹ ਆਖਰੀ ਇਲੈਕਸ਼ਨ ਹੈ ਜੀ। ਜਿਵੇਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿਤਾ ਸੀ ਕਿ ਮੇਰੀ ਆਖਰੀ ਇਲੈਕਸ਼ਨ ਹੈ, ਪਰ ਹੁਣ ਇਹਨਾਂ ਨੇ ਅੱਧ ਵਿਚਾਲੇ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਵੀ ਨਹੀਂ ਜੀ ਪੰਜਾਬ ਦੀ ਸੇਵਾ ਜੇ ਹੋਰ ਕਰਨੀ ਹੈ ਜੀ, ਪੰਜਾਬ ਨੂੰ ਜਿਲਣ ਚੋਂ ਕੱਢਣਾ ਹੈ। ਤੇ ਬਾਦਲ ਸਾਹਿਬ ਵੀ ਸ਼ਾਇਦ ਜਿਲਣ ਚੋਂ ਕੱਢਣ ਵਾਸਤੇ ਆਖਰੀ ਸਮੇਂ ਤੇ ਆ ਜਾਣ। ਕਾਰਨ ਉਹਦੇ ਦੋ ਹੈ। ਇੱਕ ਤਾਂ ਇਹ ਹੈ ਕਿ ਚਿਹਰਾ ਮੁੱਖ ਮੰਤਰੀ ਦਾ ਕੌਣ ਹੋਵੇ। ਜੀ, ਤੁਹਾਡੇ ਧਿਆਨ 'ਚ ਹੋਣਾ ਕੁਝ ਸਮਾਂ ਪਹਿਲਾਂ ਜੀ, ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਹੀ ਚੋਣ ਲੜਾਂਗੇ। ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਉਹਨਾਂ ਨੂੰ ਇਲੈਕਸ਼ਨ ਲੜਾ ਦੇਣ, ਜੇ ਇਲੈਕਸ਼ਨ ਨਹੀਂ ਲੜਾਉਣਾ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਲੜੇ ਤੋਂ ਬਗੈਰ ਮੁੱਖ ਮੰਤਰੀ ਬਣ ਜਾਣਗੇ। ਜੇ ਸਰਕਾਰ ਬਣ ਗਈ ਤਾਂ ਤੇ ਉਹ ਤੋਂ ਬਾਅਦ ਜੇ ਸਰਕਾਰ ਨਾ ਬਣੀ ਤਾਂ ਫਿਰ ਵੱਖਰੀ ਗੱਲ ਹੈ, ਤੇ ਕਿਸੇ ਹੋਰ ਬੰਦੇ ਤੋਂ ਐਮਐਲਏ ਤੋਂ ਅਸੀਂ ਅਸਤੀਫਾ ਦਵਾ ਦਿਆਂਗੇ। ਪਰ ਇੱਕ ਗੱਲ ਦਾਣੇ ਵਾਲੀ ਸਭ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਪਹਿਲ ਕਦਮੀ ਹੈ ਜਿਹੜੀ ਉਹ ਅਕਾਲੀ ਦਲ ਦੇ ਹੱਥ 'ਚ ਆ ਗਈ। 64 ਕੈਂਡੀਡੇਟਸ ਦਾ ਉਹਨਾਂ ਨੇ ਡਿਕਲੇਅਰ ਕਰ ਦਿੱਤਾ, ਤੇ ਨਾਲ ਦੀ ਨਾਲ ਹੀ ਵਿਰੋਧ ਵੀ ਸ਼ੁਰੂ ਹੋ ਗਿਆ। ਜਿਹੜਾ ਵਿਰੋਧ ਸ਼ੁਰੂ ਹੈ, ਵਿਰੋਧ ਜਿਹੜਾ ਸਭ ਤੋਂ ਭਿਆਨਕ ਵਿਰੋਧ ਹੈ ਉਹ ਹੈ ਸ਼੍ਰੀ ਚਮਕੌਰ ਸਾਹਿਬ ਦੀ ਸੀਟ ਤੋਂ। ਅੱਛਾ ਜੀ। ਚਮਕੌਰ ਸਾਹਿਬ ਦੀ ਸੀਟ ਤੋਂ ਜਿਹੜੇ ਸੱਜਣ ਹਲਕਾ ਇੰਚਾਰਜ ਬਣਾਏ ਸੀ ਉਹ ਬਹੁਤ ਜਿਹੜੇ ਹੈਗੇ ਆਪਾਂ ਕਹਿ ਸਕਦੇ ਹਾਂ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧ ਜੀ। ਉਹਨਾਂ ਦੇ ਪਿਤਾ ਜੀ ਸਰਦਾਰ ਅਜੈਬ ਸਿੰਘ ਸੰਧੂ ਜੀ 1960 ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚ ਆ ਗਏ ਸੀ। ਔਰ ਉਹਨਾਂ ਦੀ ਮਾਤਾ ਸ਼੍ਰੀ ਬੀਬੀ ਸਤਵੰਤ ਕੌਰ ਸੰਧੂ ਜੀ ਉਹ 5 ਵਾਰ ਐਮਐਲਏ ਰਹਿ ਚੁੱਕੇ। ਔਰ ਪਿਛਲੀ ਬਾਦਲ ਸਰਕਾਰ ਦੇ ਵਿੱਚ ਉਹ ਕੈਬਨਿਟ ਮੰਤਰੀ ਸੀ। ਔਰ ਹਰਮੋਹਨ ਸਿੰਘ ਧਵਨ ਜੀ ਇਹ ਖੁਦ ਪੰਜਾਬ ਪੁਲਿਸ ਦੇ ਵਿੱਚ AIG ਦੀ ਪੋਸਟ ਦੇ ਉੱਤੇ ਤਾਇਨਾਤ ਸੀ। ਅੱਛਾ ਜੀ। ਔਰ ਇਹਨਾਂ ਤੋਂ ਰਿਜ਼ਾਈਨ ਕਰਵਾਇਆ ਸੀ ਸਰਦਾਰ PPS ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਸਰਵਿਸ ਚੜਵਾਈ, ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ ਜਾਂ ਰਿਜ਼ਾਈਨ ਕਰਤਾ, ਇਹ ਨਹੀਂ ਮੈਨੂੰ ਪੱਕਾ ਪਤਾ, ਲੇਕਿਨ ਇਹਨਾਂ ਨੇ ਸਰਵਿਸ ਛੱਡਤੀ ਸੀ ਕਿ ਪੰਥ ਦੀ ਤੇ ਪੰਜਾਬ ਦੀ ਸੇਵਾ ਕਰਨੀ। ਔਰ ਪਰਿਵਾਰ ਦਾ ਜੇ ਆਪਾਂ ਪਿਛੋਕੜ ਦੇਖੀਏ, ਪਰਿਵਾਰ ਪੜ੍ਹਿਆ ਲਿਖਿਆ ਜੀ, ਇੱਕ ਦਲਿਤ ਪਰਿਵਾਰ ਦੇ ਵਿੱਚੋਂ ਚੰਗੀਆਂ ਪੋਜੀਸ਼ਨਾਂ ਹਾਸਲ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਜਾਂ ਇੱਥੇ ਆਪਣੇ ਕੋਟ ਫੱਤਾ ਪਰਿਵਾਰ ਆ ਉਸ ਹਿਸਾਬ ਨਾਲ ਕੋਟ ਫੱਤਾ ਪਰਿਵਾਰ ਹੈ। ਨਹੀਂ, ਇਹਦੀ ਵੀ ਜੇ ਦੇਖੀਏ ਆਪਾਂ ਹਰਮੋਹਨ ਸਿੰਘ ਧਵਨ ਦੀ ਜਿਹੜੀ ਸਿਸਟਰ ਹੈ ਜੀ ਉਹ ਇੰਡੀਅਨ ਫਾਰਨ ਸਰਵਿਸ ਦੀ ਆਫੀਸਰ। ਅੱਛਾ। ਔਰ ਨੇਪਾਲ ਦੇ ਵਿੱਚ ਸਾਡੀ ਐਮਬੈਸੀ ਦੇ ਵਿੱਚ ਨੌਕਰੀ ਕਰਦੀ ਰਹੀ ਹੈ। ਹਾਂਜੀ, ਕਰਦੀ ਹੈ ਜੀ ਫਿਲਹਾਲ ਵੀ। ਤੇ ਹੁਣ ਵੀ ਜੇ ਅਸੀਂ ਦੇਖੀਏ, ਮੈਂ ਤੁਹਾਨੂੰ ਇੱਕ ਨਵੀਂ ਇੰਟਰਸਟਿੰਗ ਗੱਲ ਦੱਸਾਂ, ਉਸ ਬੀਬੀ ਦੀ ਮੈਰਿਜ ਕਿਹਦੇ ਨਾਲ ਹੋਈ ਸੀ? ਸੰਗਰੂਰ SSP ਨਹੀਂ ਲੱਗਾ ਸਵਪਨ ਸ਼ਰਮਾ, ਹਾਂਜੀ, ਜਿਹੜਾ ਬਠਿੰਡੇ ਹੁੰਦਾ ਸੀ, ਉਹਦੇ ਨਾਲ ਮੈਰਿਜ ਹੋਈ ਸੀ। ਬਾਅਦ ਦੇ ਵਿੱਚ ਡਿਵੋਰਸ ਹੋ ਗਿਆ ਜੀ, ਤੇ ਫਿਰ ਸਵਪਨ ਸ਼ਰਮਾ ਨੇ ਮੈਰਿਜ ਹੋਰ ਕਰ ਲਈ, ਸੈਕੰਡ ਮੈਰਿਜ ਹੈ ਇਹਨਾਂ ਦੀ। ਔਰ ਜਿਹੜੀ ਇਹਨਾਂ ਦੀ ਹੁਣ ਵਾਲੀ ਵਾਈਫ ਹੈ ਉਹ ਜੁਡੀਸ਼ੀਅਲ ਅਫਸਰ ਹੈ ਜੀ। ਸੋ ਉਹ ਪਰਿਵਾਰ ਹੈ, ਤੇ ਉਸ ਪਰਿਵਾਰ ਦੇ ਵਿੱਚੋਂ ਕੱਲ੍ਹ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ, ਅਸਤੀਫੇ ਦੇਣ ਦਾ ਕਾਰਨ ਤਾਂ ਉਹਨਾਂ ਨੇ ਇਹ ਦੱਸਿਆ ਕਿ ਮੇਰੇ ਹਲਕੇ ਦੇ ਵਿੱਚ ਬਾਹਰਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਖਲਅੰਦਾਜ਼ੀ ਕਰਦੇ ਜੀ, ਅਕਾਲੀ ਦਲ ਦੇ ਬਾਹਰਲੇ MLA ਨੇ ਦਖਲਅੰਦਾਜ਼ੀ ਕੀਤੀ ਹੈ। ਇਲੈਕਸ਼ਨਾਂ ਭਾਵੇਂ ਸ਼ੂਗਰ ਫੈਡ ਦੀਆਂ ਹੋਣ ਜੀ, ਚਾਹੇ ਮਿਲਕ ਫੈਡ ਦੀਆਂ ਹੋਣ, ਕੋਈ ਵੀ ਇਲੈਕਸ਼ਨਾਂ ਹੋਈਆਂ, ਉਹਨਾਂ ਇਲੈਕਸ਼ਨਾਂ ਦੇ ਵਿੱਚ ਅਕਾਲੀ ਕੈਂਡੀਡੇਟਸ ਦਾ ਵਿਰੋਧ ਕੀਤਾ ਗਿਆ। ਔਰ ਵਿਰੋਧ ਇਸ ਕਦਰ ਕੀਤਾ ਕਿ ਉਹਨਾਂ ਨੇ ਨੋਮੀਨੇਸ਼ਨ ਪੇਪਰ ਜਿਹੜੇ ਸੀਗੇ ਉਹ ਰੱਦ ਕਰਵਾਏ, ਤੇ ਇਕੱਲੇ ਰੱਦ ਨਹੀਂ ਕਰਵਾਏ, ਫਿਰ ਕਹਿੰਦੇ ਉਹਨਾਂ ਤੇ ਪੁਲਿਸ ਤੇ ਕੇਸ ਵੀ ਪਵਾਏ ਗਏ ਵਿਰੋਧੀਆਂ ਨਾਲ ਮਿਲ ਕੇ। ਉਹ ਕਹਿੰਦੇ ਸੰਗਤ ਨੇ ਸਮਝੌਤਾ ਵੀ ਕਰਵਾਤਾ ਸੀ, ਲੇਕਿਨ ਉਹਨਾਂ ਨੇ ਸਮਝੌਤੇ ਦੀ ਵੀ ਮੁਖਾਲਫਤ ਕੀਤੀ। ਤੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਉਹਨਾਂ ਨੇ ਜਿਹੜਾ ਰੈਜੀਗਨੇਸ਼ਨ ਪਾਇਆ, ਕਹਿੰਦੇ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ
ਜਦੋਂ ਮੈਂ ਆਪਣੇ ਲੋਕਾਂ ਨੂੰ ਇਨਸਾਫ ਨਹੀਂ ਦਵਾ ਸਕਦਾ, ਮੇਰਾ ਅਕਾਲੀ ਦਲ 'ਚ ਰਹਿਣ ਦਾ ਮਕਸਦ ਹੀ ਕੋਈ ਨਹੀਂ। ਇਹ ਉਹਨਾਂ ਨੇ ਜ਼ਿਆਦਾ ਕਾਰਨ ਤਾਂ ਇਹ ਦੱਸੇ। ਹੂੰ ਲੇਕਿਨ ਜਿਹੜਾ ਅਸਲ ਕਾਰਨ ਹੈ ਜੀ, ਅਸਲ ਕਾਰਨ ਇਹ ਕਿ ਸ਼੍ਰੀ ਚਮਕੌਰ ਸਾਹਿਬ ਦੀ ਸੀਟ ਜਿਹੜੀ ਹੈ ਅਕਾਲੀ ਦਲ ਨੇ ਉਹ ਬਹੁਜਨ ਸਮਾਜ ਪਾਰਟੀ ਦੇ ਸਪੁਰਦ ਕਰਤੀ। ਅੱਛਾ ਜੀ। ਹੁਣ ਉਹ ਸੀਟ ਉਹਨਾਂ ਦੀ ਟਕਸਾਲੀ ਸੀਟ ਹੈ। ਹੂੰ 5 ਵਾਰੀ ਮਾਂ ਉੱਥੋਂ MLA ਰਹੀ ਹੈ, ਵਜ਼ੀਰ ਰਹੀ ਹੈ। ਮੈਨੂੰ ਨਹੀਂ ਪਤਾ ਵੀ ਉਹਨਾਂ ਦੇ ਭਾਈ ਸਾਹਿਬ ਕੀ ਰਹੇ ਆ। ਉਹ ਕਹਿੰਦਾ ਮੇਰੀ ਭਾਬੀ ਤੇ ਮੇਰੇ ਭਾਈ ਸਾਹਿਬ ਵੀ ਸੇਵਾ ਕਰਦੇ ਰਹੇ। ਹੂੰ ਉਸ ਪਰਿਵਾਰ ਨੂੰ ਦਰਗੁਜ਼ਰ ਕਰਨਾ, ਨਜ਼ਰ ਅੰਦਾਜ਼ ਕਰ ਦੇਣਾ ਜਿਹਦੀ ਸਰਵਿਸ ਛੜਾ ਕੇ ਲਿਆਂਦੀ ਹੋਵੇ। ਹਾਂ ਬਿਲਕੁਲ। SP ਲੈਵਲ ਦਾ ਅਫੀਸਰ, ਉਹਨੇ ਤਾਂ 60 ਸਾਲ 58 ਸਾਲ ਦੀ ਉਮਰ ਤੱਕ ਰਹਿਣਾ ਹੁੰਦਾ। ਜੇ IPS ਹੋ ਜਾਂਦਾ ਤਾਂ 60 ਸਾਲ ਤੱਕ ਰਹਿਣਾ ਸੀ। ਜੇ ਉਹ ਬੰਦਾ ਸਰਵਿਸ ਛੱਡ ਕੇ ਆਉਂਦਾ ਤੇ ਉਹਨੂੰ ਟਿਕਟ ਨਹੀਂ ਮਿਲਦੀ ਤਾਂ ਪਹਿਲਾਂ ਦੇਖਣਾ ਚਾਹੀਦਾ ਸੀ। ਇਹਦੇ ਨਾਲ ਅਗਲੀ ਗੱਲ ਦੇਖੀਏ ਤੁਸੀਂ ਤਾਂ ਇਹ ਤੋਂ ਪਹਿਲਾਂ ਹੀ ਜਦੋਂ ਪਤਾ ਲੱਗ ਗਿਆ ਸੀ ਕਿ ਸ਼ਾਮ 84 ਵੀ ਗਈ ਬਹੁਜਨ ਸਮਾਜ ਪਾਰਟੀ ਨੂੰ ਤੇ ਬੀਬੀ ਮਹਿੰਦਰ ਕੌਰ ਜੋਸ਼, ਉਹਨਾਂ ਨੇ ਵੀ ਜੋਸ਼ ਫੜ ਲਿਆ ਜੀ। ਉਹਨਾਂ ਨੇ ਵੀ ਬੀਬੀ ਮਹਿੰਦਰ ਕੌਰ ਜੋਸ਼ ਵੀ ਤੁਹਾਡੇ ਧਿਆਨ 'ਚ ਹੋਣਾ, ਉਹ ਵੀ ਬਾਦਲ ਸਰਕਾਰ ਦੇ ਵਿੱਚ ਇੱਕ ਵਜ਼ੀਰ ਰਹੀ ਜੀ। ਔਰ ਉਹਨਾਂ ਨੇ ਵੀ ਜਿਹੜਾ ਹੈਗਾ ਜੀ ਬਗਾਵਤ ਦਾ ਝੰਡਾ ਕੱਢਤਾ, ਕਹਿ ਦਿੱਤਾ ਕਿ ਮੈਂ ਵੀ ਇੰਡੀਪੈਂਡੈਂਟ ਚੋਣ ਲੜੂੰਗੀ ਜੀ। ਹਾਲੇ ਹੋਰ ਕਿੱਥੋਂ ਕੀ ਕੁਝ ਸੁਣੇ। ਇਹਦੇ 'ਚ ਨਾਲ ਗੱਲ ਇਹ ਹੈ ਕਿ ਜਿਹੜੀ ਨਾਰਾਜ਼ ਚਲੇ ਆ ਰਹੇ ਸੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਜੀ। ਆਦੇਸ਼ ਪ੍ਰਤਾਪ ਸਿੰਘ ਕੈਰੋ ਹੁਣੀ ਉਹਨਾਂ ਨੇ ਜ਼ਾਹਰਾ ਤੌਰ ਤੇ ਐਲਾਨ ਕੀਤਾ ਸੀ ਕਿ ਅਸੀਂ ਖੇਮਕਰਨ ਸੀਟ ਤੋਂ ਵੀ ਕੈਰੋ ਪਰਿਵਾਰ ਦਾ ਕੋਈ ਮੈਂਬਰ ਚਾਹੀਦਾ। ਔਰ ਕੌਣ ਲੜ ਸਕਦਾ ਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਆਪਣੇ ਪੱਟੀ ਹਲਕੇ ਤੋਂ ਚੋਣ ਲੜਦੇ ਤਾਂ ਉਹਨਾਂ ਦੀ ਸਰਦਾਰਨੀ ਬੀਬੀ ਪ੍ਰਨੀਤ ਕੌਰ ਉਹ ਕੈਂਡੀਡੇਟ ਹੋ ਸਕਦੇ ਆ, ਕਿਉਂਕਿ ਬੀਬੀ ਪ੍ਰਨੀਤ ਕੌਰ ਵੀ ਰਾਜਨੀਤੀ ਦੇ ਵਿੱਚ ਕਾਫੀ ਦਿਲਚਸਪੀ ਰੱਖਦੇ ਹੈ। ਔਰ ਜਿੱਥੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਧੀ ਹੈ, ਰਾਜਨੀਤੀ ਗੁੜਤੀ 'ਚ ਮਿਲੀ ਹੈ, ਉੱਥੇ ਉਹ ਆਪਣੇ ਪਤੀ ਦੀ ਕੰਸਟੀਚੁਐਂਸੀ ਨੂੰ ਵੀ ਦੇਖਦੇ ਹੈ ਜੀ। ਔਰ ਲੋਕਾਂ ਦੇ ਕੰਮ ਧੰਦਿਆਂ ਦੇ ਵਿੱਚ ਬੀਬਾ ਜੀ ਪੂਰੀ ਤਰ੍ਹਾਂ ਜਿਹੜੀ ਹੈ ਦਿਲਚਸਪੀ ਲੈਂਦੇ। ਹੁਣ ਉਹਨਾਂ ਨੂੰ ਉੱਥੋਂ ਤਾਂ ਜਿਹੜੀ ਹੈਗੀ ਤੁਹਾਡੀ ਖੇਮ ਕਰਨ ਤੋਂ ਤਾਂ ਇਹਨਾਂ ਨੇ ਕਰ ਦਿੱਤਾ ਹੈ ਬਿਰਸਾ ਸਿੰਘ ਬਲਟੋਆ। ਬਿਲਕੁਲ ਉਹ ਬਲਟੋਆ ਕਰਤਾ। ਬੀਬੀ ਨਾ ਤਾਂ ਬੀਬੀ ਪ੍ਰਨੀਤ ਕੌਰ ਨੂੰ ਦਿੱਤੀ ਹੈ ਟਿਕਟ ਤੇ ਨਾ ਹੀ ਦਿੱਤੀ ਹੈ ਖੇਮ ਕਰਨ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋ। ਲੇਕਿਨ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪੱਟੀ ਤੋਂ ਡਿਕਲੇਅਰ ਕਰਤਾ। ਅਜੇ ਤੱਕ ਉਹਨਾਂ ਦਾ ਪ੍ਰਤੀਕਰਮ ਨਹੀਂ ਆਇਆ ਵੀ ਉਹਨਾਂ ਨੇ ਕੀ ਕਰਨਾ। ਲੇਕਿਨ ਅਖਬਾਰਾਂ ਨੇ ਲਿਖਿਆ ਕਿ ਉਹ ਨਾਰਾਜ਼ ਚਲੇ ਆ ਰਹੇ ਸੀ ਜੀ। ਵੱਡੇ ਬਾਦਲ ਸਾਹਿਬ ਦੇ ਨਾਲ ਤਾਂ ਦੋਨਾਂ ਦਾ ਮੀਆਂ ਬੀਬੀ ਦਾ ਬਹੁਤ ਸਨੇਹ ਹੈ, ਲੇਕਿਨ ਕਹਿੰਦੇ ਆ ਕਿ ਪਰਿਵਾਰ ਦੇ ਵਿੱਚ ਥੱਲੇ ਥੋੜੀ ਜਿਹੀ ਗੜਬੜ ਸੀ ਜੀ ਉਹਦੇ 'ਚ। ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਪਹਿਲਕਦਮੀ ਤਾਂ ਜ਼ਰੂਰ ਕਰ ਲਈ। ਇਹਦੇ 'ਚ ਤਾਂ ਇਹ ਇਹਨਾਂ ਦੇ ਹੱਕ ਦੇ ਵਿੱਚ ਗੱਲ ਜਾਂਦੀ ਹੈ ਜੀ, ਕਿਉਂਕਿ ਇਹ ਕਦੋਂ ਜਾਂਦੀ ਹੈ ਜਦੋਂ ਪਰਸੈਪਸ਼ਨ ਇਹ ਹੈ ਕਿ ਅਕਾਲੀ ਦਲ ਦੀ ਜਿਹੜੀ ਹੈ ਪੋਜੀਸ਼ਨ ਕਮਜ਼ੋਰ ਹੈ। ਪਿਛਲੇ ਦਿਨਾਂ ਦੇ ਵਿੱਚ ਸੀ ਵੋਟਰ ਵਾਲਿਆਂ ਨੇ, ਵੈਸੇ ਮੈਂ ਤਾਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਜਿਹੜੇ ਆ ਸਰਵੇ ਵਗੈਰਾ ਕਰਦੇ, ਉਹਨਾਂ ਨੇ ਜਿਹੜਾ ਸਰਵੇਖਣ ਕੀਤਾ ਸੀ ਉਸ ਸਰਵੇਖਣ ਦੇ ਵਿੱਚ ਤਾਂ ਉਹਨਾਂ ਨੇ ਨੰਬਰ 1 ਦੇ ਉੱਤੇ ਆਮ ਆਦਮੀ ਪਾਰਟੀ ਕੱਢੀ ਹੈ। ਤੇ ਮੈਨੂੰ ਤਾਂ ਦਾਨੇਵਾਲੀਆ ਸਾਹਿਬ ਇਹ ਵੀ ਪਤਾ ਲੱਗਿਆ ਕਿ ਜਦੋਂ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕ ਮੌੜ ਹਲਕੇ ਦੇ ਗਏ ਸੀ ਮਿਲਣ ਵਾਸਤੇ, ਉਦੋਂ ਕਹਿੰਦੇ ਸੁਖਬੀਰ ਸਿੰਘ ਬਾਦਲ ਨੇ ਜਮਾ ਕਾਲੀ ਕੀੜੀ ਫੇਰਤੀ ਸੀ। ਕੱਲ ਮੈਨੂੰ ਕਿਸੇ ਨੇ ਦੱਸਿਓ, ਕਹਿੰਦੇ ਕਿੱਥੇ ਫਿਰਦੇ ਤੁਸੀਂ, ਤੁਹਾਡੀਆਂ ਸਾਰੀਆਂ ਸੀਟਾਂ ਹੀ ਖਤਰੇ 'ਚ ਹੈ, ਦੱਬ ਕੇ ਕੰਮ ਕਰੋ ਜੀ। ਕੱਲੀ ਜੇ ਇੱਕ ਸੇਫ ਹੈ ਤਾਂ ਲੰਬੀ ਸੇਫ ਹੈ, ਕਹਿੰਦੇ ਬਠਿੰਡਾ ਪਾਰਲੀਮੈਂਟਰੀ ਹਲਕੇ 'ਚ ਜੀ। ਵੈਸੇ ਹਾਲਤ ਇਹ ਨਹੀਂ ਹੈਗੀ, ਅਕਾਲੀ ਦਲ ਦੀ ਪੋਜੀਸ਼ਨ ਬਹੁਤ ਵਧੀਆ ਹੈ। ਤਲਵੰਡੀ ਤੇ ਵੀ ਅਕਾਲੀ ਦਲ ਕੋਈ ਐਡਾ ਕਮਜ਼ੋਰ ਨਹੀਂ ਗਿਣ ਸਕਦੇ ਆਪਾਂ ਜੀ। ਈਵਨ ਜੇ ਆਪਾਂ ਦੇਖੀਏ ਤਾਂ ਅਕਾਲੀ ਦਲ ਬਠਿੰਡਾ ਸ਼ਹਿਰ ਦੇ ਵਿੱਚ ਵੀ ਟੱਕਰ ਦੇ ਰਹੇ ਤੇ ਜੇ ਆਪਾਂ ਦੂਜੀਆਂ ਸੀਟਾਂ ਤੇ ਦੇਖੀਏ ਮੁਕਾਬਲੇ 'ਚ ਤਾਂ ਅਕਾਲੀ ਦਲ ਪਿਛਲੀ ਵਾਰੀ ਵੀ ਭਾਵੇਂ ਵਿਰੋਧੀ ਧਿਰ ਦਾ ਰੁਤਬਾ ਅਕਾਲੀ ਦਲ ਹਾਸਲ ਨਹੀਂ ਸੀ ਕਰ ਸਕਿਆ, ਪਰ ਵੋਟ ਪਰਸੈਂਟੇਜ ਆਪ ਨਾਲੋਂ ਵੱਧ ਸੀ। ਇਸ ਕਰਕੇ ਜਿਹੜੇ ਉਹ ਸਰਵੇਖਣ ਵਗੈਰਾ ਤੇ ਤਾਂ ਨਹੀਂ ਆਪਾਂ ਕੋਈ ਇਤਵਾਰ ਕਰ ਸਕਦੇ, ਪਰ ਕੁੱਲ ਮਿਲਾ ਕੇ ਜਿਹੜੀ ਹੈਗੀ ਪਰਸੈਪਸ਼ਨ ਇਹ ਹੈ ਕਿ ਦੋ ਗੱਲਾਂ ਕਰਕੇ ਜੀ। ਇੱਕ ਤਾਂ ਕਿਸਾਨੀ ਘੋਲ ਦੇ ਪ੍ਰਤੀ ਜਿਹੜਾ ਸ਼ੁਰੂ 'ਚ ਨਜ਼ਰੀਆ ਸੀ, ਉਹ ਨਜ਼ਰੀਆ ਜਿਹੜਾ ਬੜਾ ਨਕਾਰਾਤਮਕ ਸੀ ਅਕਾਲੀ ਦਲ ਦਾ। ਕੱਲ ਅਮਰਿੰਦਰ ਸਿੰਘ ਹੋਣੀ ਗਏ ਸੀਗੇ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਇਲਾਕੇ 'ਚ ਜੀ। ਉੱਥੇ ਉਹਨਾਂ ਨੇ ਕੁਛ ਉਦਘਾਟਨ ਵਗੈਰਾ ਕੀਤੇ ਤੇ ਉੱਥੇ ਇਹਨਾਂ ਨੇ ਦੋ ਗੱਲਾਂ ਕੀਤੀਆਂ। ਇੱਕ ਤਾਂ ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਜੀ, ਅਪੀਲ ਕੀਤੀ ਹੈ ਵੀ ਤੁਸੀਂ ਭਾਵੇਂ ਹਰਿਆਣੇ 'ਚ ਜਾਓ ਤੇ ਭਾਵੇਂ ਦਿੱਲੀ 'ਚ ਜਾਓ, ਆ ਪੰਜਾਬ ਦੇ ਵਿੱਚ ਜਿਹੜਾ ਤੁਸੀਂ 113 ਥਾਵਾਂ ਦੇ ਉੱਤੇ ਧਰਨੇ ਲਾਏ ਵੇ ਹੈ, ਇਹ ਘੱਟੋ ਕਿਰਪਾ ਕਰਕੇ ਚੱਕ ਲਓ। ਇਹਦੇ ਨਾਲ ਆਪਣੀ ਜਿਹੜੀ ਹੈਗੀ ਹੈ ਪੰਜਾਬ ਦੀ ਡਿਵੈਲਪਮੈਂਟ ਹਾਂਜੀ। ਉਹਦਾ ਕਿਸਾਨ ਆਗੂਆਂ ਨੇ ਬੁਰਾ ਵੀ ਮਨਾਇਆ ਤੇ ਉਹਨਾਂ ਨੇ ਥੋੜ੍ਹੀਆਂ ਸਲਵਾਤਾਂ ਵੀ ਸੁਣਾਈਆਂ ਦੀਆਂ, ਇਹ ਕਹਿ ਕੇ ਜੀ ਤੁਸੀਂ ਸਾਡੇ ਨਾਲ ਹੋ ਕੇ ਕਾਰਪੋਰੇਟ ਘਰਾਣਿਆਂ ਦੇ ਨਾਲ ਹੋ, ਕਿਸਾਨ ਆਗੂਆਂ ਨੇ ਕਿਹਾ। ਦੂਜੀ ਗੱਲ ਉਹਨਾਂ ਨੇ ਕੱਲ ਜਿਹੜੀ ਹੈ ਦੁੱਖ ਦੀ ਰਗ ਛੇੜੀ, ਜਦੋਂ ਇਹਨਾਂ ਦਾ ਕੈਂਡੀਡੇਟਾਂ ਦਾ ਐਲਾਨ ਹੈ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਯਾਦ ਵੀ ਕਰਾਈ ਹੈ ਜੀ ਕਿ ਜੀ ਦੂਰਾ ਮਾਪਦੰਡ ਹੈ ਅਕਾਲੀ ਦਲ ਦਾ। ਜਦੋਂ ਤਾਂ ਅਸੀਂ ਮੀਟਿੰਗ ਸੱਦੀ ਸੀ ਆਲ ਪਾਰਟੀ ਮੀਟਿੰਗ, ਉਦੋਂ ਇਹਨਾਂ ਦਾ ਸਟੈਂਡ ਹੋਰ ਸੀ। ਜਦੋਂ 17 ਸਤੰਬਰ ਨੂੰ ਜੀ
ਪਾਰਲੀਮੈਂਟ ਦੇ ਵਿੱਚੋਂ ਇਹ ਬਿੱਲ ਪਾਸ ਹੋਣ ਵਾਸਤੇ ਜਿਵੇਂ ਐਨ ਬਰੂਹਾਂ ਤੇ ਸੀ ਵੀ ਇਹਨੇ ਪਾਸ ਹੋ ਹੀ ਜਾਣਾ ਹੈ। ਜੀ ਜੀ। ਉਦੋਂ ਇਹਨਾਂ ਨੇ ਅਸਤੀਫਾ ਦਿੱਤਾ, ਤੇ ਅਸਤੀਫਾ ਦਿੱਤਾ ਕਦੋਂ? ਜਦੋਂ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਜੀ। ਬਾਦਲ ਪਿੰਡ ਤੱਕ ਲੋਕ ਧਰਨੇ ਲਾਈ ਬੈਠੇ ਸੀ, ਉਦੋਂ ਇਹਨਾਂ ਨੇ ਐਨਡੀਏ ਨਾਲੋਂ ਨਾਤਾ ਤੋੜਿਆ ਤੇ ਫਿਰ ਯਾਦ ਵੀ ਕਰਾਤਾ ਕਿ ਬੀਬਾ ਬਾਦਲ ਤੋਂ ਲੈ ਕੇ ਸੀਨੀਅਰ ਬਾਦਲ ਤੱਕ ਜੀ ਇਹਨਾਂ ਨੇ ਕਿਵੇਂ ਉਹਨਾਂ ਕਾਲੇ ਕਾਨੂੰਨਾਂ ਦੀ ਜਿਹੜੀ ਕਾਲੇ ਆਰਡੀਨੈਂਸ ਸੀ ਉਹਨਾਂ ਦੀ ਵਕਾਲਤ ਕੀਤੀ ਤੇ ਉਹੀ ਆਰਡੀਨੈਂਸ ਜਿਹੜੇ ਹੈਗੇ ਉਹ ਬੇਸ ਬਣੇ ਆ ਇਹਨਾਂ ਦੇ ਕਾਲੇ ਕਾਨੂੰਨਾਂ ਦਾ। ਜੀ। ਸੋ ਇੱਕ ਤਾਂ ਇਹ ਹੈ ਕਿ ਜਿਹੜੀ ਕਿਸਾਨ ਅੰਦੋਲਨ ਦਾ ਨੁਕਸਾਨ ਇਹਨਾਂ ਨੂੰ ਝੱਲਣਾ ਪੈ ਰਿਹਾ। ਦੂਜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਉੱਥੇ ਖੜਾ, ਉਹ ਉੱਥੇ ਹੀ ਖੜੋਤਾ। ਉਹਦੇ ਵਿੱਚ ਇਹ ਠੀਕ ਹੈ ਕਿ ਅੱਜ ਪ੍ਰੈਜ਼ੈਂਟ ਜਿਹੜੀ ਗੌਰਮੈਂਟ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਗੌਰਮੈਂਟ ਦੇ ਉੱਤੇ ਲੋਕਾਂ ਨੂੰ ਇਹ ਇਤਰਾਜ਼ ਹੈ ਕਿ ਜੀ ਤੁਸੀਂ ਵਾਅਦਾ ਕੀਤਾ ਸੀ ਮੁਲਜ਼ਮਾਂ ਨੂੰ ਫੜਿਆ ਕਿਉਂ ਨਹੀਂ? ਇੱਕ ਵੀ ਨਹੀਂ ਫੜਿਆ। ਪਰ ਦੂਜੇ ਪਾਸੇ ਅਗਲੇ ਕਹਿੰਦੇ ਕਿ ਜਿਨ੍ਹਾਂ ਦੇ ਰਾਜ ਭਾਗ ਦੇ ਵਿੱਚ ਇਹ ਸਾਰਾ ਕੁਝ ਹੋਇਆ ਉਹਨਾਂ ਨੂੰ ਪਤਾ ਵੀ ਸਿੰਗਲਾਂ ਵੀ ਕਰੀ ਜਾਂਦੇ ਸੀ ਲੋਕ, ਉਹਨਾਂ ਦੀ SIT ਨੇ ਸ਼ਨਾਖਤ ਵੀ ਕਰਨੀ ਇਹ ਬੰਦੇ, ਇਹਨਾਂ ਨੇ ਵੀ ਕੱਖ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਹੋਣੀ ਇਹ ਦਾਅਵਾ ਨਹੀਂ ਕਰਦੇ ਕਿ ਉਹਨਾਂ ਦੀ ਕਾਂਗਰਸ ਪਾਰਟੀ ਸਿੱਖਾਂ ਦੀ ਪਾਰਟੀ, ਉਹ ਤਾਂ ਸੈਕੂਲਰ ਪਾਰਟੀ ਕਹਿੰਦੇ, ਇਹ ਪੰਥਕ ਪਾਰਟੀ। ਤੇ ਪੰਥਕ ਪਾਰਟੀ ਦੇ ਵਿੱਚ ਫਿਰ 25 ਸਾਲਾਂ ਦੇ ਰਾਜ ਭਾਗ ਵਾਲੀ ਗੱਲ ਵੀ ਆਉਂਦੀ ਨਾਲ ਗੱਲ। ਫਿਰ ਜਦੋਂ ਗੱਲਾਂ ਤੁਰਦੀਆਂ ਫਿਰ ਇਹ ਤੁਰਦੀਆਂ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਦਿਆਂ ਉਹਨੇ ਉਹੇ ਜੀ ਪੋਸ਼ਾਕ ਪਾਈ ਡੇਰਾ ਮੁਖੀ ਨੇ ਜੀ, ਔਰ ਉਹਨੇ ਉਹ ਪੋਸ਼ਾਕ ਪਾ ਕੇ ਜਿਵੇਂ ਖਾਲਸਾ ਪੰਥ ਸਾਜਿਆ ਸੀ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਨ ਕਰਵਾਇਆ ਸੀ, ਉਸੇ ਤਰਜ਼ ਦੇ ਉੱਤੇ ਉਹਨੇ ਆਪਣੇ ਅਨੁਆਈਆਂ ਨੂੰ ਉਹ ਰੂਹ ਅਫਜ਼ਾ ਛਕਾ ਕੇ ਇਨਸਾਨ ਬਣਾਇਆ ਔਰ ਉਸ ਬੰਦੇ ਨੂੰ ਪੰਥ ਦੇ ਵਿੱਚੋਂ ਛੇਕਿਆ ਤੇ ਫਿਰ ਇੱਕ ਸਪਸ਼ਟੀਕਰਨ ਦੇ ਆਧਾਰ ਦੇ ਉੱਤੇ ਉਹਨੂੰ ਮਾਫ ਕਿਵੇਂ ਕਰਵਾਇਆ। ਤੇ ਮਾਫ ਕਰਵਾਉਣ ਵਾਸਤੇ ਕਹਿੰਦੇ ਵੀ ਜਿਹੜਾ ਸਰਕਾਰੀ ਤਖਤ ਨੇ ਅਕਾਲ ਤਖਤ ਤੇ ਜਿਹੜੇ ਤੁਹਾਡੇ ਤਖਤ ਕੇਸਗੜ੍ਹ ਸਾਹਿਬ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਬੁਲਾ ਕੇ ਹੁਕਮ ਦਿੱਤਾ ਜੀ ਇਹ ਕਰਨਾ ਪਊਗਾ ਤੁਹਾਨੂੰ, ਮਾਫੀ ਦੇਣੀ ਪਊਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਹੈ। ਇਹ ਪਰਸੈਪਸ਼ਨ ਦੀ ਲੜਾਈ ਜਿਹੜੀ ਹੈਗੀ ਹੈ, ਪਰਸੈਪਸ਼ਨ ਦੀ ਲੜਾਈ ਲੂਜ਼ ਕਰ ਰਹੇ, ਲੇਕਿਨ ਪਹਿਲਕਦਮੀ ਦੀ ਲੜਾਈ ਦੇ ਵਿੱਚ ਇਹਨਾਂ ਨੇ ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਦੂਜਿਆਂ ਤੇ ਚੜ੍ਹਾਈ ਹਾਸਲ ਕਰਨੀ ਜੀ ਪਹਿਲ ਕਰਕੇ, ਕਿਉਂਕਿ 64 ਕੈਂਡੀਡੇਟਸ ਦਾ ਐਲਾਨ ਕਰ ਦੇਣਾ। ਇਹਨਾਂ ਦੇ ਹਿੱਸੇ ਦੇ ਵਿੱਚ ਤਾਂ 97 ਆਉਂਦੀਆਂ, ਬਾਕੀ 20 ਜਿਹੜੇ ਹੈਗੇ ਆ ਉਹ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਵਾਲੇ ਨੇ ਕਰਨਾ। ਮਤਲਬ ਇਹਦੇ 'ਚ ਪਹਿਲ ਇਹਨਾਂ ਨੇ ਹਾਸਲ ਕਰ ਲਈ, ਕੋਈ ਸ਼ੱਕ ਨਹੀਂ ਜੀ। ਚਲੋ ਬਾਕੀ ਨਾਲੇ ਪਤਾ ਲੱਗ ਜੂਗਾ ਚੇਂਜ ਕਰਨੀ ਹੈ ਹੋਰ ਹੈ। ਤੇ ਉਧਰ ਢਿੱਲੋਂ ਸਾਹਿਬ ਕਰਨਾਟਕ ਦੇ ਜਿਹੜੇ BJP ਦੇ MLA ਉਹਨਾਂ ਨੇ ਗੁਨਾਹ ਕਬੂਲ ਕੀਤਾ ਹੈ। ਬਹੁਤ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਲਾਲਾ ਜਗਤ ਨਾਰਾਇਣ ਵੀ ਕਾਂਗਰਸ ਪਾਰਟੀ 'ਚ ਹੁੰਦੇ ਸੀ ਜੀ, ਔਰ ਇਹ ਲਾਲਾ ਜਗਤ ਨਾਰਾਇਣ ਸਾਡੇ ਪੁਰਾਣੇ ਸਰੋਤੇ ਤਾਂ ਜਾਣਦੇ, ਸ਼ਾਇਦ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੋਣਾ। ਇਹ ਪੰਜਾਬ ਕੇਸਰੀ, ਹਿੰਦ ਸਮਾਚਾਰ, ਜਗਬਾਣੀ ਅਖਬਾਰ ਦੇ ਫਾਊਂਡਰ ਐਡੀਟਰ ਸੀ। ਓਕੇ। ਔਰ ਇਹ ਲਾਲਾ ਜੀ ਉਹੀ ਲਾਲਾ ਜੀ ਹੈ ਜਿਸ ਲਾਲਾ ਜੀ ਨੇ ਬਾਅਦ ਦੇ ਵਿੱਚ ਆ ਕੇ ਇਹ ਪੋਜੀਸ਼ਨ ਹਾਸਲ ਕੀਤੀ ਸੀ ਕਿ ਹਿੰਦੀ ਜਿਹੜੇ ਪੰਜਾਬ ਦੇ ਹਿੰਦੂ ਹੈ ਉਹਨਾਂ ਦੀ ਮਦਰ ਟੰਗ ਹਿੰਦੀ ਹੈ। ਉਦੋਂ ਇਹਨਾਂ ਨੇ ਮੁਹਿੰਮ ਚਲਾਈ ਸੀ ਤੇ ਜਿਹੜਾ ਲੰਗੜਾ ਪੰਜਾਬੀ ਸੂਬਾ ਬਣਿਆ ਉਹਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਉਹੀ ਹੈ। ਬੋਲਦੇ ਭਾਵੇਂ ਪੰਜਾਬੀ 'ਚ ਹੁੰਦੇ ਸੀ, ਪੁੱਛਦੇ ਹੁੰਦੇ ਸੀ ਮਰਦਮਸ਼ੁਮਾਰੀ ਵਾਲੇ ਆ ਕੇ ਤੁਹਾਡੀ ਜਿਹੜੀ ਹੈਗੀ ਹੈ ਮਾਂ ਬੋਲੀ ਕਿਹੜੀ ਹੈ, ਉਹ ਪੰਜਾਬੀ 'ਚ ਕਹਿੰਦੇ ਹੁੰਦੇ ਸੀ ਸਾਡੀ ਮਾਂ ਬੋਲੀ ਹਿੰਦੀ ਹੈ। ਜਵਾਬ ਪੰਜਾਬੀ 'ਚ ਦਿੰਦੇ ਸੀ, ਕਹਿੰਦੇ ਹੁੰਦੇ ਸੀ ਉਹ ਸੱਦਾ ਇਹਨਾਂ ਨੇ ਦਿੱਤਾ ਸੀ। ਲਾਲਾ ਜਗਤ ਨਾਰਾਇਣ ਜੀ ਪੰਜਾਬ ਦੀ ਜਿਹੜੀ ਪੰਜਾਬੀਆਂ ਦੀ ਸਰਕਾਰ ਸੀ ਉਹਦੇ ਵਿੱਚ ਹੁੰਦੇ ਸੀਗੇ ਟਰਾਂਸਪੋਰਟ ਮੰਤਰੀ। ਅੱਛਾ ਜੀ। ਤੇ ਨਿਹਾਲ ਸਿੰਘ ਵਾਲਾ ਇਲਾਕੇ ਦੇ ਵਿੱਚ ਇੱਕ ਜਿਮਨੀ ਚੋਣ ਹੋਈ ਸੀ। ਅੱਛਾ ਜੀ। ਉਸ ਜਿਮਨੀ ਚੋਣ ਦੇ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਸੀ। ਪ੍ਰਤਾਪ ਸਿੰਘ ਕੈਰੋ ਕਹਿੰਦੇ ਮੁੱਖ ਮੰਤਰੀ ਹੁੰਦੇ ਸੀਗੇ ਤੇ ਜ਼ੋਰ ਸਾਰਾ ਇਸ ਗੱਲ ਦੇ ਉੱਤੇ ਲਾਇਆ ਸੀ ਕਿ ਚੋਣ ਜਿੱਤਣੀ ਹੈ। ਇੰਚਾਰਜ ਸੀ ਲਾਲਾ ਜੀ, ਟਰਾਂਸਪੋਰਟ ਮੰਤਰੀ ਵੀ ਸੀ ਤੇ ਪਿੰਡਾਂ ਵਾਲੇ ਲੋਕਾਂ ਦੀ ਕੋਈ ਡਿਮਾਂਡ ਹੁੰਦੀ ਹੈ ਜੀ ਸ਼ਹਿਰ ਜਾਣਾ ਜਾਈਏ, ਕਹਿੰਦੇ ਸਾਡੇ ਬੱਸ ਨਹੀਂ ਆਉਂਦੀ। ਉਹ ਕਹਿੰਦੇ ਬੱਸਾਂ ਲਾਤੀਆਂ ਪਿੰਡਾਂ 'ਚ। ਜ਼ਿਮੀਂਦਾਰ ਕਹਿੰਦੇ ਜੀ ਸਾਡੇ ਪਾਣੀ ਘੱਟ ਆ, ਮੋਗੇ ਚੌੜੇ ਕਰ ਦਿਓ, ਕਹਿੰਦੇ ਕਰਤੇ, ਨਾਲ ਦੀ ਨਾਲ ਹੀ ਕਰਤੇ। ਮੋਗਾ ਨਵਾਂ ਲਾ ਦਿਓ, ਕਹਿੰਦੇ ਲਾਤੀ ਜੀ ਮੋਗੀ ਤੁਹਾਡੇ ਆ ਚੱਕੋ। ਸਾਰਾ ਕੁਛ ਕਰਤਾ। ਇਹਦੇ ਬਾਵਜੂਦ ਵੀ ਉਹ ਕਹਿੰਦੇ ਜੀ ਅਸੀਂ ਚੋਣ ਹਾਰ ਗਏ। ਤੇ ਜਿੱਤੇ ਕੌਣ ਸੀ? ਜਿੱਤੇ ਸੀ ਕਾਮਰੇਡ ਨਿਹਾਲ ਸਿੰਘ ਵਾਲਾ। ਅੱਛਾ ਜੀ। ਉਦੋਂ ਫਿਰ ਇਹ ਗੱਲ ਕਹੀ ਸੀ ਇਹਨਾਂ ਨੇ, ਇੱਕ ਕਿਤਾਬ ਲਿਖੀ ਸੀ ਇਕਵਾਲੇ ਗੁਨਾਹ ਜੀ, ਕਿ ਅਸੀਂ ਗੁਨਾਹ ਕਿਹੋ ਜਿਹੇ ਕੀਤੇ। ਉਹ ਗੁਨਾਹਾਂ ਦਾ ਇਕਵਾਲ ਵੀ ਕੀਤਾ ਤੇ ਉਹਦੇ ਬਾਵਜੂਦ ਵੀ ਕਹਿੰਦੇ ਲੋਕਾਂ ਨੇ ਫੈਸਲਾ ਠੀਕ ਕੀਤਾ, ਸਾਨੂੰ ਨੇੜੇ ਨਹੀਂ ਖੜਨ ਦਿੱਤਾ। ਹੁਣ ਇਹ ਇਕਵਾਲੇ ਗੁਨਾਹ ਜਿਹੜਾ ਹੈਗਾ ਜੀ ਕਰਨਾਟਕਾ ਦੇ ਵਿੱਚ ਵੀ ਹੋ ਗਿਆ ਜੀ। ਕਰਨਾਟਕਾ 'ਚ ਤੁਹਾਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪੂਰਾ ਜ਼ੋਰ ਲਾਇਆ ਸੀ ਕਿ ਸਾਡੀ ਸਰਕਾਰ ਬਣ ਜੇ, ਲੇਕਿਨ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਸੀ ਬਣ ਸਕੀ। 3 ਧਿਰੀ ਲੜਾਈ ਸੀ ਜੀ। ਇੱਕ ਭਾਰਤੀ ਜਨਤਾ ਪਾਰਟੀ ਲੜਦੀ ਸੀ, ਦੂਜੀ ਲੜਦੀ ਸੀ ਕਾਂਗਰਸ ਤੇ ਤੀਜੀ JDS ਅੱਛਾ, ਜਨਤਾ ਦਲ ਸੈਕੂਲਰ।
ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਪਾਰਟੀ ਭਾਵੇਂ ਉਹ ਵੱਡੀ ਸੀ, ਲੇਕਿਨ ਕਾਂਗਰਸ ਪਾਰਟੀ ਨੇ JDS ਜਿਹੜੀ ਛੋਟੀ ਪਾਰਟੀ ਸੀ ਉਹਦੀ ਹਮਾਇਤ ਕਰ ਦਿੱਤੀ ਤੇ ਕੁਮਾਰਾ ਸਵਾਮੀ ਬਣ ਗਿਆ ਚੀਫ ਮਿਨਿਸਟਰ ਜੀ। ਕਾਂਗਰਸ ਪਾਰਟੀ ਉਹਦੀ ਹਿੱਸੇਦਾਰ ਬਣ ਗਈ, ਕੁਲੀਸ਼ਨ ਸਰਕਾਰ ਬਣ ਗਈ। ਉਹ ਕੁਲੀਸ਼ਨ ਸਰਕਾਰ ਫਿਰ ਬਾਅਦ ਦੇ ਵਿੱਚ ਡਿੱਗ ਪਈ ਸੀ। ਦਾਨੀਵਾਲੀਆ ਸਾਹਿਬ ਤੁਹਾਨੂੰ ਯਾਦ ਹੋਣਾ ਹੈ, ਉਹਨਾਂ ਦਿਨਾਂ ਦੇ ਵਿੱਚ MLA ਨੂੰ ਚੁੱਕ ਕੇ ਕਰਨਾਟਕਾ ਦੇ ਵਿੱਚੋਂ ਮਹਾਰਾਸ਼ਟਰ ਚ ਲੈ ਗਏ ਸੀ। ਬਿਲਕੁਲ। ਤੇ ਮਿਸਟਰ DK ਸ਼ਿਵ ਕੁਮਾਰ ਜਿਹੜੇ ਇਸ ਵੇਲੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ, ਜਦੋਂ ਇਹ ਉੱਥੇ ਮਿਲਣ ਵਾਸਤੇ ਗਏ ਸੀ ਤੇ ਮਹਾਰਾਸ਼ਟਰ ਦੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਸੀ। ਤੇ ਫਿਰ ਉਵੇਂ ਜਿਵੇਂ ਉਹਨਾਂ ਨੂੰ ਜਹਾਜ਼ ਤੇ ਵਾਪਸ ਚੜਾਤਾ ਸੀ, ਭਾਈ ਵਾਪਸ ਚਲਾ ਜਾ, ਮਿਲ ਨਹੀਂ ਦਿੱਤਾ ਸੀ। ਉਹਨਾਂ ਦੇ ਵਿੱਚ ਜਿਹੜੇ 17 ਬੰਦੇ ਸੀ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਦਲ ਬਦਲੀ ਕੀਤੀ ਸੀ, ਉਹਨਾਂ ਦੇ ਵਿੱਚ ਇੱਕ ਸ਼੍ਰੀਮਾਨ ਜਿਹੜੇ ਹੈਗੇ ਆ ਜੀ, ਉਹਨਾਂ ਦਾ ਨਾਂ ਸ਼੍ਰੀਮੰਤ ਬਾਲਾ ਸਾਹਿਬ ਪਾਟਲ। ਅੱਛਾ ਜੀ। ਇਹ ਵੀ MLA ਸਾਹਿਬ ਹੁੰਦੇ ਸੀ। ਇਹਨਾਂ ਨੇ ਹੁਣ ਇੱਕ ਗੱਲ ਕਹੀ ਹੈ, ਕਹਿੰਦੇ ਜੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪੈਸੇ ਦੀ ਪੇਸ਼ਕਸ਼ ਕੀਤੀ। ਅੱਛਾ ਜੀ। ਕਿ ਮੋਟੇ ਪੈਸੇ ਲਓ ਭਾਈ ਤੇ ਤੁਸੀਂ ਦਲ ਬਦਲੀ ਕਰ ਲਓ। ਕਹਿੰਦਾ ਵੀ ਮੈਂ ਪੈਸੇ ਨਹੀਂ ਸੀ ਲਏ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਮੈਂ ਕਰਨੀ ਹੈ ਲੋਕਾਂ ਦੀ ਸੇਵਾ ਤੇ ਮੈਨੂੰ ਤੁਸੀਂ ਮਿਨਿਸਟਰ ਬਣਾ ਦਿਓ। ਉਹ ਕਹਿੰਦਾ ਵੀ ਮੈਂ ਚੰਗੀ ਮਿਨਿਸਟਰੀ ਮੰਗਦਾ ਸੀ, ਲੇਕਿਨ ਮੈਨੂੰ ਕਹਿੰਦਾ ਮਿਨਿਸਟਰੀ ਚੰਗੀ ਨਹੀਂ ਦਿੱਤੀ, ਮੈਨੂੰ ਫਿਰ ਦਿੱਤੀ ਸੀ ਇਹਨਾਂ ਨੇ ਟੈਕਸਟਾਈਲ ਵਗੈਰਾ। ਅੱਛਾ ਜੀ। ਤੇ ਮੇਰੀ ਇਹ ਡਿਮਾਂਡ ਸੀ ਵੀ ਯਾਰ ਮੈਨੂੰ ਚੰਗੀ ਮਿਨਿਸਟਰੀ ਦਿਓ। ਅੱਜ ਮੈਂ TV ਚੈਨਲ ਦੇ ਉੱਤੇ ਇੱਕ ਸੁਣ ਰਿਹਾ ਸੀ, ਕਹਿੰਦੇ ਨਿਤਨ ਗਡਕਰੀ ਇੱਕ ਕਵਿਤਾ ਪੜ੍ਹ ਰਿਹਾ ਸੀ, ਕਿਤੇ ਭਾਸ਼ਣ ਕਰਦਾ ਸੀ ਕਿ ਇੱਥੇ ਮੈਨੂੰ ਇਹ ਦੱਸੋ ਕਿ ਸੌਖਾ ਕੌਣ ਹੈ। ਜਿਹੜਾ MLA ਨਹੀਂ ਬਣਿਆ ਉਹ ਔਖਾ ਹੈ ਕਿ ਮੈਂ MLA। ਜਿਹੜਾ MLA ਬਣ ਗਿਆ ਉਹ ਔਖਾ ਹੈ ਕਿ ਮੈਂ ਵਜ਼ੀਰ ਨਹੀਂ ਬਣਿਆ। ਜਿਹੜਾ ਵਜ਼ੀਰ ਬਣ ਗਿਆ ਉਹ ਔਖਾ ਹੈ ਕਿ ਮੇਰੇ ਕੋਲ ਮਹਿਕਮਾ ਚੰਗਾ ਨਹੀਂ। ਜਿਹਦੇ ਕੋਲੇ ਮਹਿਕਮਾ ਚੰਗਾ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਸੀ, ਮੈਂ ਤਾਂ ਔਖਾ, ਮੈਨੂੰ ਮੁੱਖ ਮੰਤਰੀ ਨੇ। ਜਿਹੜਾ ਮੁੱਖ ਮੰਤਰੀ ਬਣ ਗਿਆ ਤੇ ਉਹ ਕਹਿੰਦਾ ਇਸ ਕਰਕੇ ਔਖਾ, ਉਹਨੂੰ ਇਹ ਨਹੀਂ ਪਤਾ ਵੀ ਮੈਨੂੰ ਲਾਹ ਕਦੋਂ ਦੇਣਗੇ, ਕਿਉਂਕਿ ਤੁਹਾਨੂੰ ਪਤਾ ਨਾ ਉੱਥੋਂ ਜਿਹੜਾ ਗੁਜਰਾਤ ਵਾਲਾ ਜਿੱਧਰੋਂ ਹੈ। ਬਿਲਕੁਲ। ਇਹ ਅੱਜ ਉਹ ਇੱਕ TV ਚੈਨਲ ਦੇ ਉੱਤੇ ਕਵਿਤਾ ਸੁਣਾ ਰਿਹਾ ਸੀ ਕਿ ਆਹ ਸਾਡੀ ਪੋਲੀਟੀਕਲ ਬੰਦਿਆਂ ਦੀ ਹਾਲਤ ਇਹ ਹੈ। ਇੱਕ ਹੁਣ ਮਹਿਕਮਾ ਤਾਂ ਇਹ ਵੀ ਮੰਗਦਾ ਤੇ ਚੰਗਾ ਮਹਿਕਮਾ ਸੀ, ਪਰ ਇਹਨੂੰ ਟੈਕਸਟਾਈਲ ਵਾਲਾ ਦਿੱਤਾ। ਜੇਦੂਰੱਪਾ ਬਣ ਗਿਆ ਉੱਥੇ ਦਾ ਮੁੱਖ ਮੰਤਰੀ, 2 ਸਾਲ ਉਹਨੇ ਕੀਤਾ ਜੀ। ਜੇਦੂਰੱਪਾ ਬਦਲਤਾ ਤੇ ਹੁਣ ਆ ਗਿਆ ਬੰਬਈ ਸਾਹਿਬ। ਤੇ ਜਦੋਂ ਬੰਬਈ ਸਾਹਿਬ ਹੋ ਗਿਆ ਤੇ ਪੁਨਰ ਗਠਨ ਹੋ ਗਿਆ ਜੀ ਮੰਤਰੀ ਮੰਡਲ ਦਾ, ਸਾਰੇ ਦਾ ਹੋਣਾ ਸੀ। ਬਿਲਕੁਲ। ਉਹਦੇ ਵਿੱਚ ਫਿਰ ਇਹਨਾਂ ਨੂੰ ਸ਼੍ਰੀਮੰਤ ਜੀ ਨੂੰ, ਸ਼੍ਰੀਮਾਨ ਜੀ ਨੂੰ ਬਣਾਇਆ ਨਹੀਂ ਜੀ ਉਹਨਾਂ ਨੇ ਮੰਤਰੀ। ਉਹਨਾਂ ਨੇ ਕਹਿੰਦਾ ਜੀ ਪੈਸਿਆਂ ਦੀ ਖੇਡ ਸੀ ਸਾਰੀ। ਫਿਰ ਆਪਰੇਸ਼ਨ ਕਵਰ ਅਪ ਕੀਤਾ। ਉਹ ਆਪਰੇਸ਼ਨ ਲੋਟਸ ਸੀ, ਕਮਲ ਆਪਰੇਸ਼ਨ ਲੋਟਸ ਜੀ। ਉਹ ਲੋਟਸ ਸੀ ਤੇ ਹੁਣ ਆਪਰੇਸ਼ਨ ਕਵਰ ਅਪ ਕੀਤਾ ਤੇ ਹੁਣ ਉਹਨਾਂ ਨੇ ਬਿਆਨ ਹੋਰ ਦਿੱਤਾ। ਕਹਿੰਦੇ ਮੇਰਾ ਕਣ ਕਣ ਭਾਰਤੀ ਜਨਤਾ ਪਾਰਟੀ ਦਾ ਰਿਣੀ ਹੈ। ਅੱਛਾ ਜੀ। ਮੇਰੀ ਜਿਹੜੀ ਹੈਗੀ ਹੈ ਸੋਚ ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਹੈ। ਮੈਂ ਬੋਲਿਆ ਜ਼ਰੂਰ ਆ, ਪਰ ਮੈਥੋਂ ਜਿਹੜੀ ਹੈਗੀ ਨਾ ਸ਼ਬਦ ਚੋਣ ਗਲਤ ਹੋ ਗਈ ਜੀ। ਕੋਈ ਗੱਲ ਨਹੀਂ, ਕਹਿੰਦੇ ਮੇਰੇ ਨਾਲ ਪ੍ਰੋਮਿਸ ਕੀਤਾ ਹੁਣ ਵੀ ਤੈਨੂੰ ਵਜ਼ੀਰ ਬਣਾ ਦੇਵਾਂਗੇ, ਚੰਗਾ ਮਹਿਕਮਾ ਦੇ ਦੇਵਾਂਗੇ। ਹੁਣ ਵਜ਼ੀਰ ਵੀ ਬਣਾਉਣਗੇ, ਚੰਗਾ ਮਹਿਕਮਾ ਦੇਣਗੇ। ਮਤਲਬ ਇੱਕ ਵਾਰੀ ਜਿਵੇਂ ਕਹਿੰਦੇ ਮੂੰਹ ਚੋਂ ਗੱਲ ਨਿਕਲੀ ਤੇ ਬੰਦੂਕ ਚੋਂ ਗੋਲੀ ਨਿਕਲੀ, ਵਾਪਸ ਤਾਂ ਮੁੜਦੀ ਨਹੀਂ। ਬਿਲਕੁਲ। ਉਹਨੇ ਹੁਣ ਗੱਲਾਂ ਤਾਂ ਨੰਗਾ ਤਾਂ ਕਰਤਾ ਸਾਰਾ ਕੁਛ, ਜਿਹੜਾ ਇੱਕ ਗੁਨਾਹ ਦਾ ਇਕਵਾਲਤਾ ਲਿਆ ਕਰ, ਪਰ ਉਹ ਜਿਵੇਂ ਟੀਕਾ ਟਿੱਪਣੀ ਜੀ ਕਰਦੇ ਹੁੰਦੇ ਆ ਜੀ, ਆਪਰੇਸ਼ਨ ਕਵਰ ਅਪ ਕਰ ਲਓ, ਉਹ ਹੈ। ਸੋ ਹੁਣ ਇਹਦੇ 'ਚ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਕੱਲ ਕਹਿੰਦੀ ਹੁੰਦੀ ਸੀ ਕਿ ਸਾਡੀ ਪਾਰਟੀ ਜੀ ਵੱਖਰੀ ਨਿਆਰੀ ਪਾਰਟੀ ਹੈ, ਇਹਦਾ ਦੂਜਿਆਂ ਨਾਲੋਂ ਚਾਲ ਚਰਿੱਤਰ ਤੇ ਚਿਹਰਾ ਵੱਖਰਾ ਹੈ ਜੀ। ਤੇ ਮੈਨੂੰ ਤਾਂ ਦਾਨੀਵਾਲੀਆ ਸਾਹਿਬ ਕੋਈ ਲੱਗਦਾ ਨਹੀਂ ਚਾਲ ਚਰਿੱਤਰ ਤੇ, ਜੋ ਕੁਛ ਕਾਂਗਰਸ ਕਰਦੀ ਹੁੰਦੀ ਸੀ ਇਹੀ ਕਰੀ ਜਾਂਦੇ ਆ। ਸੋ ਅੱਜ ਖਬਰ ਕਹਿੰਦੇ ਹੋਰ ਵੀ ਆ ਗਈ ਇੱਕ। ਅੱਛਾ ਜੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਵੀ ਕਹਿੰਦੇ ਜੀ ਤਲਬ ਕਰ ਲਿਆ ਤੇ ਨਾਲ ਸਾਰੇ ਅਹੁਦੇਦਾਰ ਵੀ ਸੱਦ ਲਏ ਵੀ ਆ ਜਾਓ ਤੁਸੀਂ ਦਿੱਲੀ। ਸ਼ਾਇਦ ਮੇਰਾ ਖਿਆਲ ਵੀ ਕੱਲ ਨੂੰ ਸਵੇਰ ਨੂੰ ਜਾਂ ਪਰਸੋਂ ਨੂੰ ਆਪਾਂ ਖਬਰ ਪੜ੍ਹ ਲਈਏ ਵੀ ਮੁੱਖ ਮੰਤਰੀ ਉੱਥੇ ਵੀ ਨਵਾਂ ਬਣ ਰਿਹਾ। ਇਹ ਪਤਾ ਨਹੀਂ ਕੀ ਕੁਛ ਹੋ ਜੇ ਤੇ ਫਿਰ ਕੋਈ ਹੋਰ ਇਕਵਾਲੇ ਗੁਨਾਹ ਹੋ ਜਾਣੇ। ਬਿਲਕੁਲ ਪਤਾ ਹੀ ਕੋਈ ਨਹੀਂ ਜੀ ਇੱਥੇ ਕਿਹੜੇ ਇਕਵਾਲੇ। ਤੇ ਉਧਰ ਕਹਿੰਦੇ ਪੈਗਾਸਸ ਮਾਮਲੇ ਦੇ ਉੱਤੇ ਭੱਜ ਗਈ ਜੀ ਸਰਕਾਰ, ਕਿਸ ਕੰਮ 'ਚ ਭੱਜੀ ਹੈ? ਦੇਖੋ ਗੱਲ ਇੱਕ ਇਹ ਹੈ ਕਿ ਪੈਗਾਸਸ ਦੇ ਮਾਮਲੇ ਦੇ ਉੱਤੇ ਸ਼ੁਰੂ ਦੇ ਵਿੱਚ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਜੀ, ਉਦੋਂ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਸੀ ਕਿ ਭਾਈ ਤੁਸੀਂ ਪਟੀਸ਼ਨਾਂ ਤਾਂ ਲੈ ਕੇ ਆ ਗਏ ਹੋ ਤੇ ਤੁਸੀਂ ਸਾਬਤ ਕਰੋ ਜੀ ਕਿ ਵਾਕਈ ਤੁਹਾਡੀ ਜਸੂਸੀ ਹੋਈ ਹੈ। ਹੁਣ ਪਟੀਸ਼ਨਾਂ ਬਹੁਤ ਸਾਰੇ ਲੋਕਾਂ ਨੇ ਪਾਈਆਂ, ਜਿਨ੍ਹਾਂ 'ਚ ਪਟੀਸ਼ਨਾਂ ਪਾਉਣ ਵਾਲੇ ਲੋਕ ਹੈ ਸਧਾਰਨ ਵਿਅਕਤੀ ਵੀ ਹੈ ਜੀ, ਉਹਦੇ ਵਿੱਚ ਵਕੀਲ ਵੀ ਹੈ, ਉਹਦੇ ਵਿੱਚ ਪੱਤਰਕਾਰ ਵੀ ਹੈ, ਉਹਦੇ ਵਿੱਚ ਪੋਲੀਟੀਕਲ ਲੀਡਰ ਵੀ ਹੈ। ਪੱਤਰਕਾਰਾਂ ਦੇ ਵਿੱਚੋਂ ਕੁਝ ਲੋਕਾਂ ਨੇ, ਪੱਤਰਕਾਰਾਂ ਨੇ ਆਪਣੇ ਲੈਵਲ ਤੇ ਪਾਇਆ, ਐਡੀਟਰਸ ਗਿਲਡ ਵਰਗਿਆਂ ਨੇ ਉਹਨਾਂ ਨੇ ਇੱਕ ਆਪਣੀ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਵੀ ਪਟੀਸ਼ਨ ਪਾਤੀ। ਤਾਂ ਉਹਦੇ ਤੇ ਜਦੋਂ ਮਾਨਯੋਗ ਚੀਫ ਜਸਟਿਸ ਨੇ ਕਿਹਾ ਵੀ ਲਿਆਓ ਤੁਸੀਂ ਦਿਓ, ਤਾਂ ਮਿਸਟਰ ਕਪਿਲ ਸਿੱਬਲ ਜੀ ਜਿਹੜੇ ਬਹੁਤ ਸੀਨੀਅਰ ਵਕੀਲ ਹੈ, ਕਾਂਗਰਸ ਪਾਰਟੀ ਦੇ ਲੀਡਰ ਵੀ ਹੈ ਔਰ ਰਿਪਰੈਜ਼ੈਂਟ ਵੀ ਕਰਦੇ ਆ ਉਹ ਐਡੀਟਰਸ ਗਿਲਡ ਨੂੰ, ਕਿਹਾ ਜੀ ਸ਼੍ਰੀਮਾਨ ਜੀ ਅਸੀਂ ਲਿਆਈਏ ਕਿੱਥੋਂ?
ਜਿਹੜੀ ਸੁਣਵਾਈ ਵਾਸਤੇ ਅਸੀਂ ਤੁਹਾਨੂੰ ਐਪਲੀਕੇਸ਼ਨ ਦਿੱਤੀ ਹੈ, ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਇਹਨਾਂ ਮਾਮਲਿਆਂ ਤੇ ਸੁਣਵਾਈ ਹੋ ਰਹੀ ਹੈ ਜੀ। ਖੁਦ ਇਸਰਾਈਲ ਦੇ ਵਿੱਚ ਵੀ ਇਨਕੁਆਇਰੀ ਸ਼ੁਰੂ ਹੋ ਗਈ, ਫਰਾਂਸ ਦੇ ਵਿੱਚ ਵੀ ਇਹਦੇ ਤੇ ਸ਼ੁਰੂ ਹੋ ਗਈ, ਜਰਮਨ 'ਚ ਵੀ ਸ਼ੁਰੂ ਹੋ ਗਈ। ਅਸੀਂ ਤਾਂ ਜੇ ਸਰਕਾਰ ਤੋਂ ਕੋਈ ਚੀਜ਼ ਮੰਗਾਂਗੇ, ਸਰਕਾਰ ਸਾਨੂੰ ਕਿਉਂ ਦੇਊ? ਸਾਡਾ ਇਹ ਇਲਜ਼ਾਮ ਹੈ ਕਿ ਪੈਗਾਸਸ ਜਿਹੜਾ ਹੈਗਾ ਉਹ ਆਪਣਾ ਸੌਫਟਵੇਅਰ, ਉਹਦੇ ਰਾਹੀਂ ਇਹ ਸਾਡੀ ਜਸੂਸੀ ਕਰਦੇ। ਇਹ ਜਸੂਸੀ ਇਕੱਲੀ ਸਾਡੀ ਨਹੀਂ ਕਰਦੇ, ਜਿਹੜੀਆਂ ਕੰਸਟੀਟਿਊਸ਼ਨਲ ਅਥਾਰਟੀਜ਼ ਆ ਉਹਨਾਂ ਦੀਆਂ ਵੀ ਕਰਦੇ। ਇਲੈਕਸ਼ਨ ਕਮਿਸ਼ਨ ਦੀ ਜਸੂਸੀ ਵੀ ਹੋ ਰਹੀ ਹੈ ਔਰ ਤੁਹਾਡੀ ਜੁਡੀਸ਼ਰੀ ਦੀ ਵੀ ਹੋ ਰਹੀ ਹੈ। ਉਹਨਾਂ ਨੇ ਦਲੀਲਾਂ ਦਿੱਤੀਆਂ ਕਿ ਜਿਹੜੀ ਬੀਬੀ, ਕਿਉਂਕਿ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਮੀਡੀਆ ਆਰਗੇਨਾਈਜੇਸ਼ਨਸ ਨੇ ਮਿਲ ਕੇ ਇੱਕ ਮਤਲਬ ਸੰਸਥਾ ਬਣਾਈ ਹੈ, ਉਹਦਾ ਨਾਮ ਮੇਰੇ ਯਾਦ ਨਹੀਂ ਕੀ ਆ ਰਿਹਾ, ਉਹਨਾਂ ਨੇ ਜਿਹੜੀ ਬਣਾਈ ਹੈ, ਉਹਨਾਂ ਨੇ ਜਿਹੜਾ ਰਿਸਰਚ ਕੀਤੀ, ਉਸ ਰਿਸਰਚ ਦੇ ਮੁਤਾਬਕ ਦਾਨੇਵਾਲੀਆ ਸਾਹਿਬ ਇਹ ਵੀ ਗੱਲ ਆ ਗਈ ਕਿ ਜਿਹੜੀ ਬੀਬੀ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਸਾਹਿਬ ਦੀ ਜੀ ਘਰ ਦੇ ਵਿੱਚ ਕੰਮ ਕਰਦੀ ਹੁੰਦੀ ਸੀ, ਅਸਿਸਟੈਂਟ ਸੀਗੀ, ਹਾਂਜੀ, ਉਹਨੇ ਜੂਨੀਅਰ ਅਸਿਸਟੈਂਟ ਸੀ। ਉਹਨੇ ਇੱਕ ਇਲਜ਼ਾਮ ਲਾਇਆ ਸੀ ਕਿ ਜੀ ਜਿਹੜੇ ਜੱਜ ਸਾਹਿਬ ਹੈ, ਇਹਨਾਂ ਨੇ ਮੇਰੇ ਨਾਲ ਕੋਈ ਜਿਨਸੀ ਛੇੜਛਾੜ ਕੀਤੀ ਜੀ। ਉਹਨੇ ਐਪਲੀਕੇਸ਼ਨ ਦਿੱਤੀ ਸੀ, ਜੀ ਆ ਲਓ ਮੇਰੀ ਐਪਲੀਕੇਸ਼ਨ ਤੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਦੋਂ ਸੁਪਰੀਮ ਕੋਰਟ ਦੇ 25 ਜੱਜ ਸੀ, ਉਹਨੇ 25 ਜੱਜਾਂ ਨੂੰ ਐਪਲੀਕੇਸ਼ਨ ਦੇ ਨਾਲ ਹਲਫੀਆ ਬਿਆਨ ਵੀ ਭੇਜਿਆ ਸੀ ਜੀ। ਤੇ ਸੁਪਰੀਮ ਕੋਰਟ ਨੇ ਆਪਦੀ ਕਮੇਟੀ ਬਣਾ ਲਈ ਕਿ ਜੀ ਇਹ ਕਮੇਟੀ ਇਹਦੀ ਪੜਤਾਲ ਕਰੂਗੀ। ਇਤਰਾਜ਼ ਉਦੋਂ ਵੀ ਹੋਇਆ ਸੀ, ਕੁਝ ਲੋਕਾਂ ਨੇ ਜਿਹੜੇ ਕਾਨੂੰਨ ਦੇ ਵਾਕਫਕਾਰ ਆ, ਉਹਨਾਂ ਨੇ ਕਿਹਾ ਸੀ ਕਿ ਇਸ ਮਾਮਲੇ ਨੂੰ ਸੁਪਰੀਮ ਕੋਰਟ ਜਿਹੜੀ ਇਨਵੈਸਟੀਗੇਟ ਨਹੀਂ ਕਰ ਸਕਦੀ। ਅੱਛਾ ਜੀ। ਇਨਵੈਸਟੀਗੇਟ ਕਰਨ ਦਾ ਪੁਲਿਸ ਦਾ ਕੰਮ ਹੈ। CRPC ਪੁਲਿਸ ਨੂੰ ਅਧਿਕਾਰਤ ਕਰਦੀ ਹੈ, ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਇਹਦਾ, ਕਿ ਜੀ ਤੁਸੀਂ ਇਹਦੀ ਪੜਤਾਲ ਕਰਨੀ ਹੈ ਤੇ ਸੁਪਰੀਮ ਕੋਰਟ ਆਪਦੀ ਆਪ ਕਿਵੇਂ ਪੜਤਾਲ ਕਰੂਗੀ। ਉਹ ਬੀਬੀ ਨੇ ਜੋ ਕੁਝ ਕਿਹਾ ਕਤਰਿਆ ਸੀ, ਤੇ ਫਿਰ ਉਹਦੇ ਜਿਹੜੇ 11 ਟੈਲੀਫੋਨ ਸੀ ਉਹਨਾਂ ਦੇ ਪਰਿਵਾਰ, ਉਹ 11 ਦੇ 11 ਟੈਲੀਫੋਨਾਂ ਦੇ ਉੱਤੇ ਜਿਹੜਾ ਪੈਗਾਸਸ ਆਪਣਾ ਸੌਫਟਵੇਅਰ ਜੀ, ਉਹਦੇ ਨਾਲ ਉਹਦੀ ਜਿਹੜੀ ਹੈ ਉਹ ਕੀਤੀ ਗਈ ਜਸੂਸੀ। ਤੇ ਫਿਰ ਕਹਿੰਦੇ ਵੀ ਜਿਹੜੇ ਉਸ ਵੇਲੇ ਦੇ ਚੀਫ ਜਸਟਿਸ ਸੀ, ਉਹਨਾਂ ਤੋਂ ਮਨਮਰਜ਼ੀ ਦੇ ਫੈਸਲੇ ਕਰਵਾਏ ਗਏ ਕਿ ਜੀ ਤੁਹਾਨੂੰ ਇਹ ਫੈਸਲਾ ਕਰਨਾ ਪੈਣਾ, ਜੇ ਨਾ ਕਰੋਗੇ ਫਿਰ ਇਧਰ ਜੀ। ਤੇ ਉਹਨਾਂ ਨੇ ਫਿਰ ਉਹ ਫੈਸਲੇ ਕੀਤੇ। 2 ਫੈਸਲੇ ਬੜੇ ਇੰਪੋਰਟੈਂਟ ਆ ਉਹਨਾਂ 'ਚੋਂ। ਇਹ ਉਹੀ ਰੰਜਨ ਗੋਗੋਈ ਸਾਹਿਬ ਹੈ ਜਿਨ੍ਹਾਂ ਨੇ 4 ਸੀਨੀਅਰ ਜੱਜਾਂ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜੀ, ਜਿਹਦੇ ਵਿੱਚ ਇਹਨਾਂ ਨੇ ਵੇਲੇ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਸਾਹਿਬ ਦੇ ਖਿਲਾਫ, ਮੇਰੇ ਖਿਆਲ ਦੀਪਕ ਮਿਸ਼ਰਾ ਸੀ, ਉਹਨਾਂ ਦੇ ਖਿਲਾਫ ਇਲਜ਼ਾਮ ਲਾਇਆ ਸੀ ਕਿ ਮਤਲਬ ਜਿਹੜਾ ਹੈਗਾ ਰੋਸਟਰ ਬਣਾਉਣ ਵੇਲੇ ਜੀ ਵੀ ਜਿਹੜੀ ਹੈਗੀ ਤਰਫਦਾਰੀ ਹੋਈ ਹੈ, ਤੇ ਜਦੋਂ ਕੇਸ ਜਿਹੜੇ ਹੈਗੇ ਨਾ ਉਹ ਮਾਰਕ ਕਰ ਰਹੇ ਹੁੰਦੇ ਜੀ, ਉਹ ਵੀ ਸੀਨੀਅਰ ਜੱਜਾਂ ਨੂੰ ਛੱਡ ਕੇ ਜੂਨੀਅਰ ਜੱਜਾਂ ਨੂੰ ਮਾਰਕ ਕੀਤੇ ਜਾਂਦੇ ਤੇ ਉਹਨਾਂ ਤੋਂ ਮਰਜ਼ੀ ਦੇ ਫੈਸਲੇ ਕਰਵਾਏ ਜਾਂਦੇ। ਇਹ ਇਲਜ਼ਾਮ ਉਹਨਾਂ ਨੇ ਉਸ ਵੇਲੇ ਲਾਏ ਸੀ ਜੀ। ਜਿਹੜਾ ਬੰਦਾ ਇੰਨਾ ਤੇਜ਼ ਤਰਾਰ ਸੀ ਤੇ ਉਹ ਬੰਦਾ ਮੁੜ ਕੇ ਇੰਨਾ ਲਿਫ ਗਿਆ ਕਿ ਫੈਸਲੇ ਉਹਨਾਂ ਦੀ ਮਰਜ਼ੀ ਮੁਤਾਬਕ ਕਰਨ ਲੱਗਾ ਜੋ ਸਰਕਾਰ ਚਾਹੁੰਦੀ ਸੀ ਜੀ। ਉਹਦੇ ਵਿੱਚ ਵੀ ਕਹਿੰਦੇ ਪੈਗਾਸਸ ਜਿਹੜਾ ਹੈਗਾ ਸੌਫਟਵੇਅਰ ਇਹਨੂੰ ਇਸਤੇਮਾਲ ਕੀਤਾ ਸੀ। ਸੋ ਕਪਿਲ ਸਿੱਬਲ ਨੇ ਕਹਿੰਦਾ ਕਿ ਜੁਡੀਸ਼ਰੀ ਦਾ ਵੀ ਹੋਇਆ ਜੀ, ਇਲੈਕਸ਼ਨ ਕਮਿਸ਼ਨ ਦਾ ਵੀ ਹੋਇਆ, MPs ਦਾ ਵੀ ਹੋਇਆ, ਪੋਲੀਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਦਾ। ਚੌਥਾ ਥੰਮ ਹੈ ਜਿਹੜਾ ਲੋਕਤੰਤਰ ਦਾ, ਉਹਦਾ ਤਾਂ ਹੋਣਾ ਹੀ ਹੋਣਾ ਸੀ। ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲੇ ਪਟੀਸ਼ਨ ਦੇਤੀ ਤੇ ਤੁਹਾਡੇ ਕੋਲੇ ਪਾਵਰ ਆ, ਹੁਣ ਤੁਸੀਂ ਲਓ ਇਹਨਾਂ ਤੋਂ ਜਵਾਬ, ਤੁਸੀਂ ਲਓ। ਜਿਹੜਾ ਆਪਣਾ ਜਵਾਬ ਦੇਣਗੇ ਫਿਰ ਅਸੀਂ ਉਹਦਾ ਜਵਾਬ ਦੇ ਦਿਆਂਗੇ, ਫਿਰ ਪਤਾ ਲੱਗੂ। ਮਾਨਯੋਗ ਸੁਪਰੀਮ ਕੋਰਟ ਨੇ ਜੋ ਤੁਸ਼ਾਰ ਮਹਿਤਾ ਸਾਹਿਬ ਜਿਹੜੇ ਪੇਸ਼ ਹੋਏ ਭਾਰਤ ਸਰਕਾਰ ਵੱਲੋਂ, ਉਹਨਾਂ ਨੂੰ ਕਿਹਾ ਜੀ ਦਿਓ, ਕਹਿੰਦੇ ਜੀ ਟਾਈਮ ਦੇ ਦਿਓ ਸਾਨੂੰ। ਮੇਰੇ ਕੋਲੇ ਕਹਿੰਦੇ ਜਿਹੜੇ ਕੰਸਰਨਡ ਆਫੀਸਰ ਆ ਉਹਨਾਂ ਦੇ ਨਾਲ ਮੇਰੀ ਗੱਲਬਾਤ ਨਹੀਂ ਹੋ ਸਕੀ, ਜੇ ਤੁਸੀਂ ਟਾਈਮ ਦੇ ਦਿਓ ਅਸੀਂ ਪੇਸ਼ ਕਰ ਦਿਆਂਗੇ। ਟਾਈਮ ਦਿੱਤਾ ਜੀ। ਫਿਰ ਦੂਜੀ ਪੇਸ਼ੀ ਤੇ ਉਹਨਾਂ ਨੇ ਕਹਿਤਾ ਜੀ ਨਹੀਂ, ਇਹ ਜਿਹੜਾ ਹੈਗਾ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਾਮਲਾ ਹੈ। ਸੁਪਰੀਮ ਕੋਰਟ ਨੇ ਕਹਿਤਾ ਉਹਨੂੰ ਪਾਸੇ ਰੱਖ ਲਓ, ਨੈਸ਼ਨਲ ਸਿਕਿਉਰਿਟੀ ਵਾਲੀ ਅਸੀਂ ਗੱਲ ਹੀ ਨਹੀਂ ਪੁੱਛਦੇ, ਕੋਈ ਐਸੀ ਗੱਲ ਨਹੀਂ, ਤੁਸੀਂ ਆਪਣੇ ਕੋਲ ਪਾਸੇ। ਤੁਸੀਂ ਇਹ ਦੱਸੋ ਕਿ ਜਿਹੜਾ ਪੈਗਾਸਸ ਸੌਫਟਵੇਅਰ ਹੈ ਜੀ, ਇਹ ਇਸਤੇਮਾਲ ਹੋਇਆ ਕਿ ਨਹੀਂ ਹੋਇਆ ਕਿ ਨਹੀਂ, ਇੰਨਾ ਹੀ ਦੱਸ ਦਿਓ, ਇੰਨਾ ਦੱਸ ਦਿਓ ਸਾਨੂੰ, ਹੋਇਆ ਕਿ ਨਹੀਂ ਹੋਇਆ, ਬਾਕੀ ਇਸੀ ਗੱਲ ਮਗਰੋਂ ਦੇਖਾਂਗੇ। ਨਾਲ ਹੀ ਇਹਦੀ ਅਗਲੀ ਗੱਲ ਆ ਗਈ ਜੀ, ਇੱਕ ਹੋਰ ਐਵੀਡੈਂਸ ਇੱਕ ਹੋਰ ਬਣ ਗਈ। ਅੱਛਾ ਜੀ। ਸੁਬਰਾਮਨੀਅਮ ਸਵਾਮੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਬਿਲਕੁਲ, ਉਹ ਰਾਜ ਸਭਾ ਦੇ ਮੈਂਬਰ ਹੈ। ਸੁਬਰਾਮਨੀਅਮ ਸਵਾਮੀ ਨੇ ਕਹਿਤਾ ਕਿ ਜਿੱਥੇ ਪੈਗਾਸਸ ਜਿਹੜਾ ਸੌਫਟਵੇਅਰ ਇਸਤੇਮਾਲ ਹੁੰਦਾ ਹੈ ਜੀ, ਜਿਸ ਦੇਸ਼ ਦੇ ਵਿੱਚ ਉਹਦਾ ਜਿਹੜਾ ਕੀ ਹੁੰਦਾ ਉਹ ਆਪਣਾ ਸਾਈਬਰ ਜੀ ਕ੍ਰਾਈਮ ਨਹੀਂ, ਸਾਈਬਰ ਕ੍ਰਾਈਮ ਨਹੀਂ, ਕੀ ਕਹਾਂਗੇ ਜਿਹੜਾ ਤੁਸੀਂ ਲਾਉਣੇ ਹੁੰਦੇ ਆ, ਜਿਹੜਾ ਜਿਵੇਂ ਆਪਣਾ ਸਾਰਾ ਕੁਛ ਹੁੰਦਾ ਹੈ, ਅੰਗਰੇਜ਼ੀ ਦੇ ਵਿੱਚ ਉਹਦਾ ਨਾਮ ਜਿਹੜਾ ਸਥਾਪਿਤ ਕੀਤਾ ਜਾਂਦਾ ਹੈ, ਐਸਟੈਬਲਿਸ਼ਮੈਂਟ ਨਹੀਂ ਹੋਰ ਹੈ ਜੀ ਕੁਛ ਉਹਦੇ ਨਾਂ, ਤੁਸੀਂ ਯਾਦ ਕਰੋ, ਜਿਵੇਂ ਆਪਣਾ ਅਮਰੀਕਾ 'ਚ ਹੈ ਆਪਣੇ ਸਰਵਰ ਮੈਂ ਹਾਂ ਸਾਈਬਰ ਤੇ ਸਰਵਰ, ਉਹ ਕਹਿੰਦੇ ਸਰਵਰ ਵੀ ਉਹਦਾ ਉਸ ਦੇਸ਼ ਦੇ ਵਿੱਚ ਲੱਗਦਾ ਹੈ। ਇਹ ਸਰਵਰ ਲੱਗਿਆ ਕਿ ਨਹੀਂ ਲੱਗਿਆ,
ਇਹ ਜਦੋਂ ਗੱਲ ਆ ਗਈ ਕਿ ਲਿਆਓ ਜੀ ਵਿਸਥਾਰ ਪੂਰਵਕ ਤੁਹਾਨੂੰ ਜਿਹੜਾ ਹੈਗਾ ਉਹ ਜੀ। ਆਪਣਾ ਐਫੀਡੈਵਿਟ ਦਾਇਰ ਕਰਨਾ ਪੈਣੇ, ਉਹ ਗਿਆ ਜੀ ਉਹਨਾਂ ਕੋਲੇ, ਜੀ ਗਿਆ ਤੇ ਕੱਲ ਪੇਸ਼ ਹੋ ਗਏ। ਫਿਰ ਹੂੰ ਕਹਿੰਦੇ ਜੀ ਅਸੀਂ ਤਾਂ ਇੱਕ ਮਾਹਰਾਂ ਦੀ ਕਮੇਟੀ ਬਣਾ ਰਹੇ ਹਾਂ, ਜਿਨ੍ਹਾਂ ਲੀਡਰਾਂ ਨੂੰ ਇਹ ਹੈ ਕਿ ਸਾਡੇ ਜੀ ਵਾਇਰਸ ਆਪਣਾ ਜਿਹੜਾ ਸਾਈਬਰ ਆਪਣਾ ਕੀ ਪਾਇਆ ਗਿਆ ਹੈ ਸੌਫਟਵੇਅਰ ਉਹ ਆਪਣੇ ਮੋਬਾਈਲ ਹੈ, ਉਹਨੂੰ ਤੇ ਅਸੀਂ ਚੈੱਕ ਕਰਕੇ ਦੱਸਣੀ ਤੇ ਫਿਰ ਰਿਪੋਰਟ ਦੇ ਦਿਆਂਗੇ। ਹੁਣ ਉਹ ਕਹਿੰਦੇ ਵੀ ਇਹ ਅਟੈਕ ਕਿਵੇਂ ਕਰਦਾ ਹੈ, ਜਦੋਂ ਇਹਨੇ ਅਟੈਕ ਕਰਤਾ ਉਹ ਤੋਂ ਬਾਅਦ ਇਹ ਗਾਇਬ ਵੀ ਹੋ ਜਾਂਦਾ ਹੈ, ਅੱਛਾ ਇਹ ਲੱਭ ਹੀ ਨਹੀਂ ਸਕਦਾ। ਤੁਹਾਡੀ ਯਾਦ ਹੋਣਾ ਇਹੀ ਗੱਲ ਸੰਬਤ ਪਾਤਰਾ ਨੇ ਵੀ ਕਹੀ ਸੀ ਤੇ ਰਵੀ ਸ਼ੰਕਰ ਹੋਰਾਂ ਨੇ ਵੀ ਕਹੀ ਸੀ ਜੀ ਕਿ ਜੇ ਰਾਹੁਲ ਗਾਂਧੀ ਦਾ ਆਪਣਾ ਮੋਬਾਈਲ ਹੈਕ ਹੋਇਆ ਹੈ ਜਾਂ ਉਹਦੇ ਤੇ ਅਟੈਕ ਹੋਇਆ ਇਹਦਾ ਪੈਗਾਸਸ ਦਾ ਪੈਗਾਸਸ ਸੌਫਟਵੇਅਰ ਦਾ, ਤੇ ਉਹ ਆਪਦਾ ਟੈਲੀਫੋਨ ਦਿਖਾ ਦੇ। ਹੁਣ ਇਹ ਉਹਨਾਂ ਨੂੰ ਪਤਾ ਸੀ ਕਿ ਟੈਲੀਫੋਨ ਦੇ ਵਿੱਚ ਉਹ ਰਹਿੰਦਾ ਹੀ ਨਹੀਂ, ਉਹਨੇ ਆਪਦਾ ਕੰਮ ਕੀਤਾ ਤੇ ਉਹ ਨਿਕਲ ਗਿਆ। ਉਹਦੇ ਤੇ ਉਹ ਕਹਿੰਦੇ ਜੀ ਲਿਆ ਕੇ ਅਸੀਂ ਉਹ ਰਿਪੋਰਟ ਜ਼ਰੂਰ ਮਾਰਾ ਦੀ ਪੇਸ਼ ਕਰਦੇ ਹਾਂ ਜੀ। ਤੇ ਮਾਨਯੋਗ ਸੁਪਰੀਮ ਕੋਰਟ ਨੇ ਕਹਿੰਦਾ ਸਵਾਲ ਇਹ ਨਹੀਂ, ਸਵਾਲ ਨਿੱਜਤਾ ਦਾ ਹੈ ਤੇ ਨਿੱਜਤਾ ਦਾ ਸਵਾਲ ਜਿਹੜਾ ਹੈਗਾ ਇਹ ਫੰਡਾਮੈਂਟਲ ਰਾਈਟ ਹੈ। ਫੰਡਾਮੈਂਟਲ ਰਾਈਟ ਕਨਸਟੀਟਿਊਸ਼ਨ ਨੇ ਦਿੱਤਾ ਹੈ ਜੀ। ਕਨਸਟੀਟਿਊਸ਼ਨ ਦੀ ਕਸਟੋਡੀਅਨ ਸੁਪਰੀਮ ਕੋਰਟ ਹੈ ਕਿ ਕਨਸਟੀਟਿਊਸ਼ਨ ਦੀ ਉਲੰਘਣਾ ਤਾਂ ਨਹੀਂ ਹੁੰਦੀ। ਉਹ ਕਹਿੰਦੇ ਜੀ ਨਹੀਂ, ਤੁਹਾਨੂੰ ਦਿੱਤੇ 2 ਦਿਨ, 2 ਦਿਨਾਂ 'ਚ ਤੁਸੀਂ ਫੈਸਲਾ ਕਰ ਲਓ, ਕੁਝ ਕਹਿਣਾ ਚਾਹੁੰਦੇ ਜਾਂ ਨਹੀਂ ਕਹਿਣਾ ਚਾਹੁੰਦੇ। ਜੇ ਤੁਸੀਂ ਆਪਣਾ ਵਿਸਥਾਰਤ ਹਲਫੀਆ ਬਿਆਨ ਨਹੀਂ ਦਿਓਗੇ ਤਾਂ ਫਿਰ ਸੁਪਰੀਮ ਕੋਰਟ ਇੰਟਰਮ ਆਰਡਰ ਜਾਰੀ ਕਰੂਗੀ। ਉਹਨਾਂ ਨੇ ਫੈਸਲਾ ਰੱਖ ਲਿਆ ਜੀ ਰਿਜ਼ਰਵ ਜੀ, ਸੁਣਵਾਈ ਤਾਂ ਹੋਣੀ ਹੈ ਅੱਗੇ। ਇੰਟਰਮ ਆਰਡਰ ਕੀ ਆਉਂਦਾ ਹੈ, ਅੱਛਾ ਜੀ, ਗੱਲ ਇਹ ਤੇ ਨਿਰਭਰ ਹੈ। ਇੰਟਰਮ ਆਰਡਰ ਦੇ ਵਿੱਚ ਫਿਰ ਸਰਕਾਰ ਨੂੰ ਹੁਕਮ ਦੇ ਸਕਦੇ ਕਿ ਲਿਆਓ ਜੀ ਸਾਰਾ ਸਮਾਨ ਰੱਖੋ, ਆਹ ਚੀਜ਼ਾਂ ਲੈ ਕੇ ਆਓ ਜੀ। ਉੱਥੇ ਸਰਕਾਰ ਦੀ ਬੜੀ ਕਿਰਕੜੀ ਹੋਣੀ ਹੈ। ਇਹ ਦੇਖਣਾ ਕਿ ਅਗਲਾ ਜਿਹੜਾ ਹੈਗਾ ਪੈਂਤੜਾ ਸਰਕਾਰ ਦਾ ਕੀ ਹੋਣਾ ਹੈ ਜੀ। ਦੇਖੋ ਹੁਣ ਅਗਲਾ ਕਿ ਇਹਨਾਂ ਦਾ ਟਲ ਗਈ ਤੇ ਅੱਗੇ ਦੇਖੋ ਹੁਣ ਕੀ ਬਣਦਾ। ਟਲ ਗਈ ਨਹੀਂ ਜੀ, ਮੈਨੂੰ ਲੱਗਦੀ ਸਰਕਾਰ ਫਸ ਗਈ, ਕੁੜਿੱਕੀ 'ਚ ਫਸ ਗਈ ਸਰਕਾਰ, ਕਿਉਂਕਿ ਸਰਕਾਰ ਹੁਣ ਰੰਜਨ ਗੋਗੋਈ ਨਹੀਂ, ਇਹ ਰਮਣਾ ਸਾਹਿਬ ਹੈ। ਰਮਣਾ ਸਾਹਿਬ ਦੇ ਤਾਂ ਕੋਈ ਐਸੀ ਗੱਲ ਹੀ ਨਹੀਂ, ਕਾਹਦੇ 'ਚ ਕਰ ਲੈਣਗੇ। ਬਿਲਕੁਲ, ਤੁਹਾਡੇ ਵੀ ਮੈਂ ਯਾਦ ਹੋਣਾ ਤੁਹਾਡੇ ਕਿ ਰਮਣਾ ਸਾਹਿਬ ਦੀ ਵੀ ਸ਼ਿਕਾਇਤ ਕੀਤੀ ਸੀ ਤੇਲੰਗਾਨਾ ਆਪਣੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਔਰ ਉਹ ਤੋਂ ਪਹਿਲਾਂ ਉਹ ਮਿਲ ਕੇ ਆਇਆ ਸੀ ਅਮਿਤ ਸ਼ਾਹ ਹੋਰਾਂ ਨੂੰ ਜੀ। ਉਦੋਂ ਉਹਨਾਂ ਨੇ ਉਸ ਵੇਲੇ ਦੇ ਚੀਫ ਜਸਟਿਸ ਨੂੰ ਇੱਕ ਕੰਪਲੇਂਟ ਭੇਜਤੀ ਸੀ ਤੇ ਉਹ ਕੰਪਲੇਂਟ ਆਂਧਰਾ ਦੇ ਮੁੱਖ ਮੰਤਰੀ ਦਾ ਜਿਹੜਾ ਮੀਡੀਆ ਐਡਵਾਈਜ਼ਰ ਸੀ ਉਹਨੇ ਜਨਤਕ ਵੀ ਕੀਤੀ ਸੀ। ਅੱਛਾ ਜੀ। ਉਦੋਂ ਕੋਸ਼ਿਸ਼ ਤਾਂ ਕੀਤੀ ਸੀ ਕਿ ਰਾਹ ਰੋਕ ਲਿਆ ਜਾਵੇ, ਪਰ ਰੁਕ ਨਹੀਂ ਸਕਿਆ। ਤੇ ਲੈਫਟੀਨੈਂਟ ਗਵਰਨਰ ਨੂੰ ਕੀ ਵੱਧ ਤਾਕਤਾਂ ਦਿੱਤੀਆਂ ਜਾ ਰਹੀਆਂ ਜੀ, ਜਿਹਦੇ ਉੱਤੇ ਰੌਲਾ ਪਿਆ ਹੋਇਆ? ਉਹ ਤਾਂ ਤਾਕਤਾਂ ਦਿੱਤੀਆਂ ਹੋਈਆਂ ਜੀ ਲੈਫਟੀਨੈਂਟ ਗਵਰਨਰ ਦਿੱਲੀ ਦਾ ਜਿਹੜਾ, ਕਿਉਂਕਿ ਦਿੱਲੀ ਦੇ ਵਿੱਚ ਦਿੱਲੀ ਵਾਲੇ ਦਾ ਹੋਰ ਤਾਂ ਕੋਈ ਹੈ ਨਹੀਂ। ਦਿੱਲੀ ਦੇ ਵਿੱਚ ਤੁਹਾਨੂੰ ਪਤਾ ਵੀ ਸਰਕਾਰ ਜਿਹੜੀ ਹੈਗੀ ਆ ਮਿਊਨਿਸਪਲ ਕਮੇਟੀ ਤੋਂ ਭੈੜੀ ਹੈ। ਸਰਕਾਰ ਜ਼ਰੂਰ ਹੈ ਯੂਨੀਅਨ ਟੈਰੀਟਰੀ ਦੀ, ਪਰ ਪੁਲਿਸ ਜਿਹੜੀ ਹੈਗੀ ਆ ਉਹ ਕੇਂਦਰ ਸਰਕਾਰ ਕੋਲੇ, ਪੁਲਿਸ ਦਾ ਮਹਿਕਮਾ ਉਹਨਾਂ ਕੋਲੇ, ਉਹਨਾਂ ਦੀ ਗੱਲ ਚੱਲਦੀ ਕੋਈ ਨਹੀਂ ਜੀ। ਇਹ ਤੋਂ ਪਹਿਲਾਂ ਵੀ ਇੱਕ ਵਾਰੀ ਇਹਨਾਂ ਦਾ ਰੌਲਾ ਪਿਆ ਸੀ, ਉਦੋਂ ਵੀ ਜਿਹੜੇ ਲੈਫਟੀਨੈਂਟ ਗਵਰਨਰ ਸੀ ਉਸ ਵੇਲੇ ਦੇ ਜੀ, ਉਹ ਆਪਣੀ ਮਨਮਰਜ਼ੀ ਕਰਦੇ ਸੀ, ਉਹਨਾਂ ਨੂੰ ਉਹੀ ਜੋ ਸੈਂਟਰ ਕਹਿੰਦੀ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਇਹਦੇ ਤੇ ਕੇਜਰੀਵਾਲ ਤੇ ਉਹਨਾਂ ਦੀ ਜਿਹੜਾ ਮੰਤਰੀ ਮੰਡਲ ਆ ਉਹਦੀ ਕਾਫੀ ਉਹਨਾਂ ਦੇ ਨਾਲ ਇੱਕ ਵਾਰੀ ਤੈਅ ਹੋਇਆ ਸੀ ਕਿ ਰਾਜ ਭਵਨ ਦੇ ਵਿੱਚ ਰਜਾਈਆਂ ਲੈ ਕੇ ਚਲੇ ਗਏ ਸੀ, ਰਾਤ ਨੂੰ ਉੱਥੇ ਸੁੱਤੇ ਸੀ। ਇੱਕ ਵਾਰੀ ਇਹ ਗੱਲ ਹੋ ਗਈ ਸੀ ਕਿ ਕਹਿੰਦੇ ਵੀ ਕਿਸੇ ਨੂੰ ਚੀਫ ਸੈਕਟਰੀ ਨੂੰ ਬੁਲਾ ਲਿਆ ਸੀ, ਪਤਾ ਨਹੀਂ ਕਿਸੇ ਸੈਕਟਰੀ ਨੂੰ ਬੁਲਾ ਲਿਆ ਸੀ, ਕਹਿੰਦੇ ਥੱਪੜੋ ਥੱਪੜੀ ਹੋ ਗਈ ਸੀ, ਉਹ ਵੀ ਪਰਚਾ ਹੋ ਗਿਆ ਸੀ। ਪਰ ਜਦੋਂ ਰਾਜ ਭਵਨ ਦੇ ਵਿੱਚ ਪਏ ਸੀ ਉਦੋਂ ਉਹਨਾਂ ਦਾ ਮਤਲਬ ਇਹ ਸੀਗਾ ਕਿ ਜੀ ਸਾਡੀ ਸਰਕਾਰ ਦੀ ਸੁਣਵਾਈ ਨਹੀਂ ਹੁੰਦੀ, ਦਖਲ ਅੰਦਾਜ਼ੀ ਨਜਾਇਜ਼ ਕਰਦੇ ਹੈ ਲੈਫਟੀਨੈਂਟ ਗਵਰਨਰ ਸਾਹਿਬ, ਤੇ ਮਾਮਲਾ ਸੁਪਰੀਮ ਕੋਰਟ ਚਲਾ ਗਿਆ ਸੀ। ਜੀ। ਸੁਪਰੀਮ ਕੋਰਟ ਨੇ ਤਾਂ ਡਿਵੀਜ਼ਨ ਕਰਤੀ ਸੀ ਪਾਵਰਾਂ ਦੀ ਕਿ ਆਹ ਚੀਜ਼ ਜਿਹੜੀ ਹੈਗੀ ਹੈ ਇਹ ਲੈਫਟੀਨੈਂਟ ਗਵਰਨਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ, ਤੇ ਆਹ ਚੀਜ਼ ਜਿਹੜੀ ਹੈਗੀ ਹੈ ਇਹ ਸੂਬਾ ਸਰਕਾਰ ਦੇ, ਕੇਜਰੀਵਾਲ ਦੀ ਸਰਕਾਰ ਦੇ ਹੱਥ ਜਿਹੜੇ ਕੰਟਰੋਲ ਹੈ, ਇਹਦੇ ਮੁਤਾਬਕ ਤੁਸੀਂ ਕੰਮ ਚਲਾ ਲਓ। ਹੁਣ ਉਹਦੇ ਨਾਲ ਕੇਜਰੀਵਾਲ ਦੇ ਹੱਥ ਮਜ਼ਬੂਤ ਹੋ ਗਏ, ਸੁਪਰੀਮ ਕੋਰਟ ਦਾ ਫੈਸਲਾ ਸਾਡੇ ਹੱਥ 'ਚ ਆ ਗਿਆ, ਤੇ ਫਿਰ ਸੁਪਰੀਮ ਕੋਰਟ ਦਾ ਫੈਸਲਾ ਭਾਵੇਂ ਆ ਗਿਆ ਤੇ ਪਾਰਲੀਮੈਂਟ ਦੇ ਵਿੱਚ ਤਾਂ ਬਹੁਤ ਗਿਣਤੀ ਭਾਰਤੀ ਜਨਤਾ ਪਾਰਟੀ ਦੀ। ਮੈਂ ਤੁਹਾਡੇ ਯਾਦ ਕਰਾਉਣਾ ਦਾਨਿਆਲੀਆ ਸਾਹਿਬ, ਇਹ ਗੱਲ 85-86 ਦੀ ਹੈ। ਸ਼ਾਹ ਬਾਨੋ ਕੇਸ ਹੁੰਦਾ ਸੀ। ਬਿਲਕੁਲ। ਸ਼ਾਹ ਬਾਨੋ ਜਿਹੜੀ ਹੈਗੀ ਹੇਠਲੀ ਕੋਰਟ ਤੋਂ ਵਿਚਾਰੀ ਲੜਨ ਲੱਗੀ ਤੇ ਸੁਪਰੀਮ ਕੋਰਟ ਤੱਕ ਪਹੁੰਚ ਗਈ, ਬੁੜੀ ਹੋ ਗਈ, ਪਰ ਬੁੜੀ ਹੋ ਕੇ ਉਹਨੇ ਕੇਸ ਜਿੱਤ ਲਿਆ। ਸ਼ਾਹ ਬਾਨੋ ਵਾਲਾ ਕੇਸ ਤੇ ਸ਼ਾਹ ਬਾਨੋ ਦੇ ਹੱਕ ਵਿੱਚ ਹੋ ਗਿਆ ਤੇ ਮੁਸਲਮ ਜਿਹੜਾ ਹੈਗਾ ਕਾਨੂੰਨ ਦੇ ਉਲਟ ਹੋ ਗਿਆ। ਉਹਨੂੰ ਜਿਹੜਾ ਹੈਗਾ ਉਹਨੇ ਘਰ ਵਾਲੇ ਤੋਂ ਖਰਚਾ ਮਿਲਣ ਵਾਲਾ ਕੰਮ ਸੀ, ਉਹਨੇ ਜਿੱਤ ਲਿਆ ਕੇਸ। ਮੁੱਲੇ ਜਿਹੜੇ ਹੈਗੇ ਦਾ ਵਿਰੋਧ ਕਰਨ ਲੱਗੇ, ਜਦੋਂ ਮੁੱਲੇ ਵਿਰੋਧ ਕਰਨ ਲੱਗੇ ਤੇ ਮੁੱਲਿਆਂ ਦੇ ਦਬਾਅ 'ਚ ਆ ਗਿਆ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ। ਉਹਨੇ ਫਿਰ ਉਸ ਜਿਹੜਾ ਉਹ ਫੈਸਲਾ ਸੀ ਉਸ ਫੈਸਲੇ ਨੂੰ ਉਲਟਾਉਣ ਲਈ ਪਾਰਲੀਮੈਂਟ ਦੀ ਦੁਰਵਰਤੋਂ ਕੀਤੀ। ਪਾਰਲੀਮੈਂਟ ਦੇ ਵਿੱਚ ਉਹਨੇ ਕਾਨੂੰਨ ਬਣਵਾ ਲਿਆ ਕਿ ਆਹ ਕਾਨੂੰਨ ਜਿਹੜਾ ਸੀ ਇਹਨੂੰ ਉਲਟਾਉਣੇ, ਤੇ ਪਾਰਲੀਮੈਂਟ 'ਚੋਂ ਕਾਨੂੰਨ ਬਣ ਗਿਆ। ਆਰਿਫ ਮੁਹੰਮਦ ਖਾਨ ਜਿਹੜੇ ਮੇਰੇ ਖਿਆਲ ਇਸ ਵੇਲੇ ਕੇਰਲਾ ਦੇ ਗਵਰਨਰ ਹੈ, ਇਹ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸੀ ਔਰ ਸੈਕੂਲਰ ਸੀ।
ਇਹਨਾਂ ਨੇ ਉਦੋਂ ਕਾਂਗਰਸ ਪਾਰਟੀ ਇਸ ਵਿਰੋਧ ਛੱਡੀ ਸੀ ਕਿ ਤੁਸੀਂ ਇਹਨਾਂ ਦੇ ਕਠਮੁੱਲਿਆਂ ਦੇ ਸਾਹਮਣੇ ਝੁਕ ਕਿਉਂਗੇ, ਕਾਨੂੰਨ ਰੂਲ ਆਫ ਲਾ ਜਿਹੜਾ ਇਹਨੂੰ ਤੁਸੀਂ ਨਜ਼ਰਅੰਦਾਜ਼ ਕਿਉਂ ਕੀਤਾ। ਹੁਣ ਇੱਕ ਜੋ ਕੁਝ ਉਸ ਵੇਲੇ ਹੋਇਆ ਸੀ, ਜੋ ਜਿਹੜੀ ਗਲਤੀ ਉਹਨੇ ਕੀਤੀ ਸੀ, ਉਹੀ ਗਲਤੀ ਸਾਡੀ ਸਰਕਾਰ ਨੇ ਕਰ ਲਈ। ਸਾਡੀ ਸਰਕਾਰ ਨੇ ਵੀ ਇੱਕ ਕਾਨੂੰਨ ਬਣਾਤਾ, ਉਹ ਕਾਨੂੰਨ ਪਾਰਲੀਮੈਂਟ ਰਾਹੀਂ ਜਿਹੜਾ ਐਕਟ ਬਣਾ ਕੇ ਉਹਦੇ ਚ ਪਾਵਰਾਂ ਗਵਰਨਰ ਨੂੰ, ਲੈਫਟੀਨੈਂਟ ਗਵਰਨਰ ਨੂੰ ਵੱਧ ਦੇ ਦਿੱਤੀਆਂ। ਸਰਕਾਰ ਫਿਰ ਉੱਥੇ ਦੀ ਉੱਥੇ ਰਹਿ ਗਈ। ਹੁਣ ਕੇਜਰੀਵਾਲ ਵੀ ਜਿੱਦੀ ਹੈ ਬੰਦਾ, ਉਹਨਾਂ ਨੇ ਆਪਣੀ ਸਰਕਾਰ ਵੱਲੋਂ ਪਟੀਸ਼ਨ ਦਾਇਰ ਕਰਤੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿਚਾਰ ਕਰੇ ਕਿ ਇਹ ਕਾਨੂੰਨ ਜਿਹੜਾ ਠੀਕ ਹੈ ਕਿ ਗਲਤ ਹੈ, ਇਹ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੈ। ਜੇ ਲੋਕਾਂ ਨੇ ਸਾਨੂੰ ਚੁਣਿਆ ਹੈ, ਲੋਕਾਂ ਨੇ ਸਾਨੂੰ ਕੋਈ ਪਾਵਰਾਂ ਦਿੱਤੀਆਂ, ਤੇ ਸਾਨੂੰ ਪਾਰਲੀਮੈਂਟ ਦੇ ਵਿੱਚ ਬਹੁਤ ਸੰਮਤੀ ਹੈ ਜਿਹੜੀ, ਉਹ ਬਹੁਤ ਸੰਮਤੀ ਦੇ ਸਿਰ ਦੇ ਉੱਤੇ ਤੁਸੀਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉਹਦੇ ਨਾਲ ਖਿਲਵਾੜ ਕਰੋ, ਲੋਕਾਂ ਵੱਲੋਂ ਜੋ ਦਿੱਤੀ ਹੋਈ ਤਾਕਤ ਆ ਉਹ ਖੋਹੋ, ਇਹ ਠੀਕ ਨਹੀਂ। ਇਹ ਮਾਮਲਾ ਫਿਰ ਸੁਪਰੀਮ ਕੋਰਟ 'ਚ ਆ ਗਿਆ ਜੀ। ਕੱਲ ਸੁਪਰੀਮ ਕੋਰਟ ਦੇ ਵਿੱਚ ਫਿਰ ਇਹਦੇ 'ਤੇ ਬਹਿਸ ਹੋਈ, ਤੇ ਬੈਂਚ ਉਹੀ ਰਮਨਾ ਸਾਹਿਬ ਵਾਲਾ 3 ਜੱਜਾਂ ਦਾ ਬੈਂਚ, ਉਹ ਇਸ ਗੱਲ ਤੇ ਉਹ ਕਹਿੰਦੇ ਵੀ ਵਿਚਾਰ ਤਾਂ ਤੇ ਹੋਣੀ ਜ਼ਰੂਰੀ ਹੈ। ਹੁਣ ਸੂਚੀਬੱਧ ਇਹ ਕੇਸ ਵੀ ਹੋ ਗਿਆ ਜੀ। ਅੱਛਾ ਜੀ, ਇਸ ਕੇਸ ਇਹ ਲਿਸਟ ਹੋ ਗਿਆ ਜੀ। ਹਾਂ, ਪੰਜਾਬੀ 'ਚ ਆਪਾਂ ਸੂਚੀਬੱਧ ਕਹਿੰਦੇ ਹਾਂ, ਲਿਸਟ ਹੋ ਗਿਆ, ਹਾਂ ਲਿਸਟਮੈਂਟ ਹੋ ਗਈ। ਹੁਣ ਉਹ ਲਿਸਟ ਹੋ ਗਿਆ, ਹੁਣ ਸੁਣਵਾਈ ਇਹਦੇ ਤੇ ਵੀ ਹੋਣੀ ਕਿ ਜਿਹੜਾ ਇਹ ਕਾਨੂੰਨ ਬਣਾਇਆ, ਕਾਨੂੰਨ ਠੀਕ ਹੈ ਕਿ ਗਲਤ ਹੈ। ਕਿਉਂਕਿ ਮੈਂ ਜਿਵੇਂ ਪਹਿਲਾਂ ਕਹਿ ਕੇ ਕਿ ਸੰਵਿਧਾਨ ਦੀ ਕਸਟੋਡੀਅਨ ਸੁਪਰੀਮ ਕੋਰਟ ਹੈ। ਬਿਲਕੁਲ, ਸੰਵਿਧਾਨ ਦੀ ਤੁਸੀਂ ਪਾਰਲੀਮੈਂਟ ਕੁਝ ਵੀ ਕਰ ਸਕਦੀ, ਲੇਕਿਨ ਪਾਰਲੀਮੈਂਟ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਨਹੀਂ ਕਰ ਸਕਦੀ, ਉਹਦੀ ਉਲੰਘਣਾ ਨਹੀਂ ਕਰ ਸਕਦੀ। ਇਹ ਬੜੇ ਵਾਰੀ ਫੈਸਲੇ ਸੁਪਰੀਮ ਕੋਰਟ ਦੇ ਹੋਏ ਕਿ ਇਹ ਸ਼ਾਇਦ ਹੁਣ ਨੂੰ ਕਨਸਟੀਟਿਊਸ਼ਨ ਬਦਲ ਵੀ ਦਿੰਦੇ, ਪਰ ਉਹ ਕਨਸਟੀਟਿਊਸ਼ਨ ਤਾਂ ਕਿਉਂਕਿ ਜੋ ਕੁਛ ਜਦੋਂ ਸੰਵਿਧਾਨ ਸਭਾ ਬਣੀ ਹੈ, ਜਿਹੜਾ ਉਹਨਾਂ ਨੇ ਮੂਲ ਸਿਧਾਂਤ ਉਹਦੇ ਬਣਾਤੇ, ਉਹਨਾਂ ਮੂਲ ਸਿਧਾਂਤਾਂ 'ਚ ਤਬਦੀਲੀ ਨਹੀਂ ਹੋ ਸਕਦੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡੀ ਮਿਹਰਬਾਨੀ। ਸੋ ਪ੍ਰੋਗਰਾਮ ਰੇਡੀਓ ਪੰਜਾਬ ਟੁਡੇ ਦੇ ਬਾਅਦ ਦਸਤੂਰ ਜਾਰੀ ਰਹਿਣਗੇ, ਸੋ ਜੁੜੇ ਰਹੋ। ਇੱਕ ਬ੍ਰੇਕ ਲੈਣੇ, ਫਿਰ ਹਾਜ਼ਰ।